ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 388 ਤੇ ਅੱਧ ਛੱਡ ਕੇ ਹੈ 71 ਨੰਬਰ। ਅੱਗੇ ਆਸਾ ਮਹਿਲਾ ਪੰਜਵਾਂ। ਰਾਗ ਦਾ ਨਾਮ ਹੈ ਆਸਾ, ਮਹਿਲਾ ਪੰਜਵਾਂ ਦਾ ਮਤਲਬ ਪੰਚਮ ਪਾਤਸ਼ਾਹ ਦੀ ਬਾਣੀ। ਫਾਰਸੀ ਵਾਲੇ ਇਸ ਨੂੰ ਮਹਿਲਾ ਪੜ੍ਹਦੇ ਨੇ, ਅਰਬੀ ਵਾਲੇ ਇਸ ਨੂੰ ਮਹੱਲਾ ਪੜ੍ਹਦੇ ਨੇ। ਇਸ ਲਈ ਚਾਹੇ ਮਹਿਲਾ ਪੜ੍ਹੋ ਚਾਹੇ ਮਹੱਲਾ ਪੜ੍ਹੋ, ਦੋਨੋਂ ਠੀਕ ਨੇ। ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੁਖ ਭਰਮ ਕੋ ਕੈਸੇ ਨੇਰਾ। ਜਿਸ ਤੇ ਮੇਰਾ ਪਰਮਾਤਮਾ ਬਹੁਤ ਖੁਸ਼ ਹੁੰਦਾ, ਸੋ ਪ੍ਰਸੰਨ ਬਹੁਤ ਖੁਸ਼। ਜਿਸ ਤੇ ਮੇਰਾ ਪਰਮਾਤਮਾ ਬਹੁਤ ਖੁਸ਼ ਹੁੰਦਾ ਹੈ, ਤਾਂ ਦੁਖ ਭਰਮ ਕੋ ਕੈਸੇ ਨੇਰਾ। ਨੇਰਾ ਮੈਨੇ ਨੇੜੇ, ਤਾਂ ਉਹਦੇ ਨੇੜੇ ਦੁੱਖ ਭਰਮ ਦੱਸੋ ਕਿਵੇਂ ਆ ਸਕਦੇ ਨੇ। ਉਹਦੇ ਦੁੱਖ ਅਤੇ ਭਰਮ ਨੇੜੇ ਨਹੀਂ ਆ ਸਕਦੇ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਮੋਹੇ ਨਿਰਗੁਣ ਕੋ ਲਿਹੋ ਉਧਾਰੀ। ਸੋਏ ਹੁੰਦਾ ਸ਼ੋਭਾ ਵਡਿਆਈ, ਮੈਂ ਤੇਰੀ ਵਡਿਆਈ ਸੁਣ ਸੁਣ ਕੇ ਜਿਉਂਦਾ ਹਾਂ। ਮੋਹੇ ਨਿਰਗੁਣ ਕੋ, ਮੈਨੂੰ ਨਿਰਗੁਣਿਆਰੇ ਨੂੰ ਲਿਹੋ ਉਧਾਰੀ। ਮੇਰਾ ਉਧਾਰ ਕਰ ਦਿਓ, ਮੇਰਾ ਪਾਰ ਉਤਾਰਾ ਕਰ ਦਿਓ। ਮੈਂ ਤੇ ਨਿਰਗੁਣ ਹਾਂ, ਕਿਉਂਕਿ ਤੇਰੀ ਵਡਿਆਈ ਸੁਣ ਸੁਣ ਕੇ ਮੈਨੂੰ ਪਤਾ ਲੱਗਾ ਕਿ ਤੂੰ ਤਾਂ ਨਿਰਗੁਣਿਆਰਾ ਵੀ ਪਾਰ ਉਤਾਰਨ ਵਾਲਾ ਹੈ। ਮੈਂ ਨਿਰਗੁਣਿਆਰਾ ਹਾਂ, ਮੇਰਾ ਉਧਾਰ ਕਰੋ, ਮੇਰਾ ਭਲਾ ਕਰੋ। ਮਿਟ ਗਿਆ ਦੁਖ ਬਿਸਾਰੀ ਚਿੰਤਾ, ਫਲ ਪਾਇਆ ਜਬ ਸਤਿਗੁਰ ਮੰਤਾ। ਫਲ ਪਾਇਆ ਜਬ ਸਤਿਗੁਰ ਮੰਤਾ। ਗੁਰੂ ਨੇ ਜਿਹੜਾ ਮੰਤਰ ਦਿੱਤਾ ਸੀ, ਭਾਵ ਗੁਰਮੰਤਰ, ਉਹਨੂੰ ਜਪ ਕੇ ਮੈਨੂੰ ਇਹ ਫਲ ਪ੍ਰਾਪਤ ਹੋਇਆ ਕਿ ਮਿਟ ਗਿਆ ਦੁਖ ਵਿਸਾਰੀ ਚਿੰਤਾ। ਮੈਂ ਕਦੇ ਨਾਮ ਜਪਿਆ, ਮੇਰਾ ਦੁੱਖ ਮਿਟ ਗਿਆ, ਮੇਰੀ ਚਿੰਤਾ ਮਿਟ ਗਈ। ਕਰਨਾ ਕੀ ਹੈ? ਨਾਮ ਜਪਣਾ। ਜਿਹੜਾ ਗੁਰੂ ਨੇ ਮੰਤਰ ਦਿੱਤਾ, ਗੁਰਮੰਤਰ ਦਿੱਤਾ, ਉਹਦਾ ਜਾਪ ਕਰਨਾ, ਫਿਰ ਦੁੱਖ ਅਤੇ ਚਿੰਤਾ ਖਤਮ ਹੋ ਜਾਂਦੀ ਹੈ। ਮਿਟ ਗਿਆ ਦੁਖ ਬਿਸਾਰੀ ਚਿੰਤਾ, ਮਿਟ ਗਿਆ ਦੁਖ ਬਿਸਾਰੀ ਚਿੰਤਾ। ਮਿਟ ਗਿਆ ਦੁਖ ਬਿਸਾਰੀ ਚਿੰਤਾ, ਮਿਟ ਗਿਆ ਦੁਖ ਬਿਸਾਰੀ ਚਿੰਤਾ। ਫਲ ਪਾਇਆ ਜਪ ਸਤਿਗੁਰ ਮੰਤਾ, ਫਲ ਪਾਇਆ ਜਪ ਸਤਿਗੁਰ ਮੰਤਾ। ਫਲ ਪਾਇਆ ਜਪ ਸਤਿਗੁਰ ਮੰਤਾ, ਫਲ ਪਾਇਆ ਜਪ ਸਤਿਗੁਰ ਮੰਤਾ। ਜਦੋਂ ਗੁਰੂ ਦੇ ਦਿੱਤੇ ਮੰਤਰ ਦਾ ਜਾਪ ਕੀਤਾ, ਫਿਰ ਫਲ ਕੀ ਮਿਲਿਆ? ਮਿਟ ਗਿਆ ਦੁੱਖ, ਦੁੱਖ ਮਿਟ ਗਿਆ। ਵਿਸਾਰੀ ਚਿੰਤਾ, ਚਿੰਤਾ ਭੁੱਲ ਗਈ, ਵਿਸਰ ਗਈ ਚਿੰਤਾ। ਸੋਈ ਸਤ ਸਤ ਹੈ ਸੋਏ, ਸਿਮਰ ਸਿਮਰ ਰਖ ਕੰਠ ਪਰੋਏ। ਪਰਮਾਤਮਾ ਸਤ ਹੈ। ਸਤ ਹੁੰਦਾ ਸਦਾ ਰਹਿਣ ਵਾਲਾ, ਅਸਤ ਜੋ ਸਦਾ ਨਾ ਰਹੇ। ਸਤ ਦਾ ਵਿਰੋਧੀ ਕੂੜ ਵੀ ਹੈ, ਜੋ ਬਿਨ ਸੁਜਾਨ ਵਾਲਾ। ਉਹ ਪਰਮਾਤਮਾ ਸਤ ਹੈ, ਸਤ ਹੈ। ਸਿਮਰ ਸਿਮਰ ਰਖ ਕੰਠ ਪਰੋਏ। ਉਹਦਾ ਸਿਮਰਨ ਕਰੀ ਜਾਓ ਤੇ ਉਹਨੂੰ ਗਲੇ 'ਚ ਪਰੋ ਕੇ ਰੱਖੋ, ਭਾਵ ਕਦੇ ਵੀ ਨਾ ਭੁੱਲੋ। ਸਿਮਰਨ ਕਰੋ ਤੇ ਇਸ ਸਿਮਰਨ ਨੂੰ, ਉਹਦੀ ਯਾਦ ਨੂੰ ਕੰਠ ਗਲ ਦੇ ਵਿੱਚ ਪਰੋ ਕੇ ਰੱਖੋ। ਜਿਵੇਂ ਆਪਾਂ ਗਲ 'ਚ ਮਾਲਾ ਪਾ ਲੈਂਦੇ, ਫੁੱਲਾਂ ਦਾ ਹਾਰ ਪਾ ਲੈਂਦੇ। ਕਹੋ ਨਾਨਕ ਕੌਣ ਉਹ ਕਰਮ, ਜਾ ਕੇ ਮਨ ਵਸਿਆ ਹਰ ਨਾਮਾ। ਜਿਸ ਦੇ ਮਨ 'ਚ ਹਰੀ ਦਾ ਨਾਮ ਵਸ ਗਿਆ। ਜਾ ਕੇ, ਜਦੋਂ ਜਾ ਤੋਂ ਬਾਅਦ ਕਾ, ਕੇ, ਕੀ, ਕੀਆਂ ਸਿਉਂ ਲੱਗਾ ਹੋਵੇ, ਇਹ ਫਿਰ ਬਿਨਾਂ ਬਿੰਦੀ ਤਪੜੇ ਜਾਂਦੇ।
ਜੇ ਇਕੱਲਾ ਜਾਂ ਹੁੰਦਾ ਫਿਰ ਇਹਨੂੰ ਆਪਾਂ ਪੜ੍ਹਦੇ ਜਾਂ। ਜਿਹਦੇ ਨਾਲ ਕਾ ਕੇ ਕੀਆਂ ਸਿਉਂ ਲੱਗਿਆ ਹੋਵੇ ਫਿਰ ਨੂੰ ਜਾ ਪੜ੍ਹਨਾ। ਜਾ ਕੇ ਮਨ ਵਸਿਆ ਹਰ ਨਾਮ, ਜਿਹਦੇ ਮਨ 'ਚ ਹਰੀ ਦਾ ਨਾਮ ਵਸ ਜਾਂਦਾ ਹੈ। ਕਹੋ ਨਾਨਕ ਕੌਣ ਉਹ ਕਰਮ, ਦੱਸੋ ਹੋਰ ਉਹਦੇ ਲਈ ਧਾਰਮਿਕ ਕਰਮ ਕਿਹੜਾ ਰਹਿ ਗਿਆ ਹੈ। ਜਦੋਂ ਹਰੀ ਦਾ ਨਾਮ ਹੀ ਮਨ 'ਚ ਵਸ ਗਿਆ, ਕਿਸੇ ਹੋਰ ਧਾਰਮਿਕ ਕਰਮ ਦੀ ਲੋੜ ਹੀ ਨਹੀਂ ਰਹਿੰਦੀ। ਜਿਹੜਾ ਬੰਦਾ ਸਿਮਰਨ ਕਰਦਾ ਰਹਿੰਦਾ ਉਹਨੂੰ ਹੋਰ ਕੋਈ ਧਾਰਮਿਕ ਕਰਨ ਦੀ ਲੋੜ ਨਹੀਂ ਪੈਂਦੀ। ਇਸੇ 'ਚ ਹੀ ਸਭ ਕੁਛ ਹੈ। ਕਹਿੰਦੇ ਜਿਹਦੇ ਹਿਰਦੇ 'ਚ ਨਾਮ ਵਸ ਗਿਆ ਨਾ, ਕਹੋ ਨਾਨਕ ਕੌਣ ਉਹ ਕਰਮ, ਦੱਸੋ ਹੋਰ ਕੀ ਉਹ ਕਰਮ ਕਰੇਗਾ। ਪਰ ਹੋਰ ਕਿਸੇ ਕਰਮ ਦੀ ਉਹਨੂੰ ਲੋੜ ਹੀ ਨਹੀਂ ਹੈ। ਆਸਾ ਮਹਿਲਾ ਪੰਜਵਾਂ। ਕਾਮ ਕ੍ਰੋਧ ਅਹੰਕਾਰ ਵਿਗੂਤੇ, ਹਰ ਸਿਮਰਨ ਕਰ ਹਰ ਜਨ ਛੂਟੇ। ਕਾਮ ਵਿੱਚ, ਕ੍ਰੋਧ ਵਿੱਚ, ਹੰਕਾਰ 'ਚ ਵਿਗੂਤੇ ਬੰਦੇ ਖੁਆਰ ਹੋ ਰਹੇ। ਕਾਮ ਕਾਰਨ, ਕ੍ਰੋਧ ਕਾਰਨ, ਹੰਕਾਰ ਕਾਰਨ ਮਨੁੱਖ ਖੁਆਰ ਹੋ ਰਹੇ। ਹਰ ਸਿਮਰਨ ਕਰ ਹਰ ਜਨ ਛੂਟੇ। ਹਰ ਜਨ ਹਰੀ ਦੇ ਜਿਹੜੇ ਭਗਤ ਨੇ ਉਹ ਹਰੀ ਦਾ ਸਿਮਰਨ ਕਰਕੇ ਇਸ ਕਾਮ ਕ੍ਰੋਧ ਅਹੰਕਾਰ ਤੋਂ ਬਚ ਗਏ। ਨਹੀਂ ਤੇ ਮਨੁੱਖ ਇਹਨਾਂ 'ਚ ਖੁਆਰ ਹੋ ਰਹੇ। ਕੋਈ ਕਾਮੀ ਹੈ, ਬਦ ਚਲਣੀ ਕਰ ਲਈ, ਧੱਕੇ ਖਾ ਰਿਹਾ ਹੈ। ਕ੍ਰੋਧ 'ਚ ਆ ਕੇ ਕਿਸੇ ਨੂੰ ਕੁੱਟ ਮਾਰ ਦਿੱਤਾ, ਕਤਲ ਕਰਤਾ ਹੈ। ਹੰਕਾਰ 'ਚ ਆ ਗਿਆ ਹੈ। ਇਸ ਤਰ੍ਹਾਂ ਬੰਦਾ ਖੁਆਰ ਹੁੰਦਾ। ਹਾਂ, ਜੇ ਪਰਮਾਤਮਾ ਦਾ ਸਿਮਰਨ ਕਰੇ ਫਿਰ ਕਾਮ ਕ੍ਰੋਧ ਤੇ ਹੰਕਾਰ ਤੋਂ ਛੁਟਕਾਰਾ ਹੋ ਜਾਂਦਾ। ਸੋਏ ਰਹੇ ਮਾਇਆ ਮਦ ਮਾਤੇ, ਇਹਨੂੰ ਮਾਤੇ ਨਹੀਂ ਪੜ੍ਹਨਾ, ਮਾਤੇ ਮਸਤ। ਜਾਗਤ ਭਗਤ ਸਿਮਰਤ ਹਰ ਰਾਤੇ। ਆਮ ਜਿਹੜੇ ਮਨੁੱਖ ਨੇ ਉਹ ਮਾਇਆ ਦੇ ਨਸ਼ੇ 'ਚ ਮਸਤ ਨੇ। ਮਦ ਹੁੰਦਾ ਨਸ਼ਾ। ਮਾਇਆ ਮਦ ਮਾਤੇ, ਮਾਇਆ ਦੇ ਨਸ਼ੇ 'ਚ ਮਸਤ ਨੇ, ਇਸ ਲਈ ਸੁੱਤੇ ਹੋਏ ਨੇ। ਭਾਵ ਅਗਿਆਨੀ ਨੇ। ਉਹਨਾਂ ਨੂੰ ਗਿਆਨ ਹੀ ਨਹੀਂ ਕਿਸੇ ਦਾ ਪਰਮਾਤਮਾ ਦੀ ਭਜਨ ਬੰਦਗੀ ਕਰਨ ਆਏ ਹੋਏ। ਇਹਨੂੰ ਕਹਿੰਦੇ ਸੁੱਤੇ ਹੋਣਾ। ਜਾਗਤ ਭਗਤ ਸਿਮਰਤ ਹਰ ਰਾਤੇ। ਜਿਹੜੇ ਭਗਤ ਨੇ ਉਹ ਜਾਗਦੇ ਨੇ। ਕਿਉਂ? ਉਹ ਹਰੀ ਦੇ ਸਿਮਰਨ 'ਚ ਰੰਗੇ ਹੋਏ ਹਨ। ਉਹ ਹਰੀ ਦਾ ਸਿਮਰਨ ਕਰ ਕਰਕੇ ਰੰਗੇ ਗਏ ਨੇ, ਇਸ ਲਈ ਉਹ ਜਾਗਦੇ ਨੇ। ਤੁਸੀਂ ਵੀ ਇਸ ਵੇਲੇ ਜਾਗ ਰਹੇ ਹੋ। ਜਾਂਦੇ ਹੋਏ ਭਾਵੇਂ ਸੌਂ ਜਾਓ। ਕਹਿ ਜੀ ਅਸੀਂ ਜਾਂਦੇ ਹੋਏ ਕਿਵੇਂ ਸੌਂ ਜਾਵਾਂਗੇ? ਰੱਬ ਹੀ ਭੁੱਲ ਜਾਣਾ। ਜਦੋਂ ਰੱਬ ਭੁੱਲ ਗਿਆ ਸਮਝੋ ਸੁੱਤੇ ਹੋਏ ਹਾਂ ਅਸੀਂ, ਹੋਰ ਕੀ। ਜਿੰਨਾ ਚਿਰ ਰੱਬ ਯਾਦ ਹੈ ਜਾਗਦੇ ਹਾਂ, ਭੁੱਲ ਗਏ ਸੁੱਤੇ ਹੋਏ ਹਾਂ। ਸੋ ਅਸੀਂ 24 ਘੰਟਿਆਂ 'ਚ ਕੋਈ 20 ਘੰਟੇ ਸੁੱਤੇ ਰਹਿੰਦੇ ਰਹੋ। ਮੋਹ ਭਰਮ ਬੋ ਜੋਨ ਪਵਾਇਆ, ਅਸਥਿਰ ਭਗਤ ਹਰ ਚਰਨ ਧਿਆਇਆ। ਮਨੁੱਖ ਮੋਹ 'ਚ ਹੈ, ਭਰਮ ਵਿੱਚ ਹੈ, ਇਸ ਲਈ ਅਨੇਕਾਂ ਜੂਨੀਆਂ 'ਚ ਉਹਨੂੰ ਪਵਾਇਆ ਜਾਂਦਾ ਹੈ। ਭਰਮ ਉਹਨੂੰ ਕਹਦਾ ਕਿ ਜਿਹੜੇ ਸਾਰੇ ਸੁੱਖ ਨੇ ਮਾਇਆ 'ਚ ਨੇ, ਵੀ ਮੈਂ ਤਾਂ ਮਾਇਆ ਕਮਾਉਣਾ ਹੈ, ਵੱਧ ਤੋਂ ਵੱਧ ਮਾਇਆ ਕਮਾਓ। ਇਹ ਭਰਮ ਹੈ। ਮਾਇਆ ਦੇ ਅੰਦਰ ਮੋਹ ਹੈ, ਇਸ ਕਰਕੇ ਨਾਮ ਜਪਦਾ ਨਹੀਂ ਹੈ। ਇਸ ਲਈ ਬਹੁਤ ਜੋਨ ਪਵਾਇਆ, ਬਹੁਤ ਜੂਨੀਆਂ 'ਚ ਉਹਨੂੰ ਫੇਰਿਆ ਜਾਂਦਾ, ਕਦੇ ਕਿਸੇ ਜੂਨੀ, ਕਦੇ ਕਿਸੇ ਜੂਨੀ। ਅਸਥਿਰ ਭਗਤ ਹਰ ਚਰਨ ਧਿਆਇਆ। ਪਰ ਜਿਹੜੇ ਪਰਮਾਤਮਾ ਦੇ ਭਗਤ ਨੇ ਉਹ ਸਥਿਰ ਹੋ ਜਾਂਦੇ ਨੇ। ਉਹਨਾਂ ਨੂੰ ਜੂਨੀਆਂ 'ਚ ਨਹੀਂ ਭਟਕਣਾ ਪੈਂਦਾ। ਕਿਉਂ? ਉਹ ਹਰੀ ਦੇ ਚਰਨਾਂ ਨੂੰ ਧਿਆਉਂਦੇ ਨੇ। ਪਾਪ ਪਰਮਾਤਮਾ ਦਾ ਨਾਮ ਜਪਦੇ ਨੇ। ਪਰਮਾਤਮਾ ਦੇ ਨਾਮ ਜਪਣ ਵਾਲੇ ਜੂਨੀਆਂ 'ਚ ਨਹੀਂ ਭਟਕਣਾ ਪੈਂਦਾ। ਬੰਧਨ ਅੰਧ ਕੂਪ ਗ੍ਰਹਿ ਮੇਰਾ, ਮੁਕਤੇ ਸੰਤ ਬੁੱਝੇ ਹਰ ਨੇਰਾ।
ਮਨੁੱਖ ਕਹਿੰਦਾ ਜੀ ਇਹ ਮੇਰਾ ਘਰ ਹੈ। ਇਹ ਜਿਹੜਾ ਮੋਹ ਹੈ ਇਹ ਬੰਧਨ ਰੂਪ ਹੈ। ਇਹ ਹਨੇਰੇ ਖੂਹ ਦੀ ਨਹੀਂ ਹੈ। ਕੂਪ ਹੁੰਦਾ ਖੂਹ। ਆ ਜਿਹੜਾ ਟਿਊਬਵੈੱਲ ਹੈ ਇਹਨੂੰ ਹਿੰਦੀ 'ਚ ਕਹਿੰਦੇ ਨਾਲ ਕੂਪ। ਟਿਊਬ ਵੈੱਲ ਹੈ ਤਾਂ ਖੂਹ, ਪਰ ਟਿਊਬ ਹੈ ਵਿੱਚ, ਨਾਲੀ ਹੈ, ਉਹਨੂੰ ਨਾਲ ਕੂਪ ਕਹਿੰਦੇ। ਕੂਪ ਖੂਹ ਹੁੰਦਾ। ਅੰਧ ਹਨੇਰਾ ਖੂਹ, ਅਗਿਆਨਤਾ ਰੂਪੀ ਖੂਹ। ਕਿਉਂਕਿ ਮੇਰਾ ਮੇਰਾ ਕਰਦਾ, ਇਹ ਮੇਰਾ ਘਰ ਹੈ, ਇਹ ਮੇਰੀ ਫਲਾਣੀ ਚੀਜ਼ ਹੈ, ਮੇਰੀ ਹੈ, ਮੇਰੀ ਹੈ। ਬਾਣੀ ਕਹਿੰਦੀ ਇਹ ਜਿਹਨੂੰ ਤੂੰ ਮੇਰੀ ਮੇਰੀ ਕਰਦੇ ਚ ਤੇਰਾ ਕੁਝ ਵੀ ਨਹੀਂ ਹੈ। ਤੇਰਾ ਤੇ ਸਰੀਰ ਵੀ ਤੇਰਾ ਨਹੀਂ ਹੈ। ਬਾਣੀ ਕਹਿੰਦੀ ਤੇਰਾ ਸਰੀਰ ਵੀ ਤੇਰਾ ਨਹੀਂ, ਇਹ ਤੇ ਪਰਮਾਤਮਾ ਨੇ ਦਿੱਤਾ ਹੋਇਆ, ਤੂੰ ਕਿਹੜਾ ਆਪ ਬਣਾਇਆ। ਇਸ ਲਈ ਸਰੀਰ ਨਾਲ ਸੰਬੰਧਿਤ ਜੋ ਕੁਛ ਵੀ ਹੈ ਉਹ 'ਚ ਕੁਝ ਵੀ ਤੇਰਾ ਨਹੀਂ। ਧਰਮ ਕਹਿੰਦਾ ਸਭ ਕੁਛ ਪਰਮਾਤਮਾ ਨੇ ਦਿੱਤਾ ਹੋਇਆ, ਸਾਨੂੰ ਤਾਂ ਸਿਰਫ ਵਰਤਣ ਲਈ ਦਿੱਤਾ ਹੋਇਆ। ਲਓ ਪਏ ਇੰਨੇ ਸਮੇਂ ਲਈ ਵਰਤ ਲਓ ਬਸ। ਇਹ ਮਨੁੱਖ ਭੁਲੇਖੇ 'ਚ ਕਹਿੰਦਾ ਮੇਰਾ 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 ਮੇਰਾ। ਮੁਕਤੇ ਸੰਤ, ਪਰ ਸੰਤ ਮੁਕਤ ਹੁੰਦੇ ਨੇ, ਉਹ ਬੰਧਨਾਂ ਤੋਂ ਮੁਕਤ ਹੁੰਦੇ ਨੇ। ਕਿਉਂ? ਬੁੱਝੇ ਹਰ ਨੇਰਾ, ਨੇਰਾ ਮੈਨੇ ਨੇੜੇ। ਉਹ ਤੇ ਪਰਮਾਤਮਾ ਨੂੰ ਨੇੜੇ ਸਮਝਦੇ। ਉਹਨਾਂ ਨੂੰ ਪਤਾ ਲੱਗ ਗਿਆ ਕਿ ਪਰਮਾਤਮਾ ਨੇੜੇ ਹੈ, ਉਹਦਾ ਨਾਮ ਜਪਦੇ ਨੇ, ਸਿਰਫ ਮੁਕਤ ਹੋ ਜਾਂਦੇ। ਕਹੋ ਨਾਨਕ ਜੋ ਪ੍ਰਭ ਸ਼ਰਨਾਈ, ਇਹਾਂ ਸੁਖ ਆਗੇ ਗਤ ਪਾਈ। ਇਹਾਂ ਮੈਨੇ ਇੱਥੇ, ਆਗੇ ਮੈਨੇ ਪਰਲੋਕ 'ਚ, ਗਤ ਮੈਨੇ ਮੁਕਤੀ, ਗਤੀ ਜਿਹਨੂੰ ਕਹਿੰਦੇ। ਕਹੋ ਨਾਨਕ ਜੋ ਪ੍ਰਭ ਸ਼ਰਨਾਈ, ਗੁਰੂ ਮਹਾਰਾਜ ਕਿ ਜਿਹੜਾ ਪਰਮਾਤਮਾ ਦੀ ਸ਼ਰਨ 'ਚ ਆ ਜਾਂਦਾ ਨਾ, ਇਹਾਂ ਸੁਖ, ਇੱਥੇ ਉਹਨੂੰ ਸੁਖ ਮਿਲਦਾ ਹੈ। ਅੱਗੇ ਗਤ ਪਾਈ, ਅੱਗੇ ਜਾ ਕੇ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਸੋ ਪਰਮਾਤਮਾ ਦੀ ਸ਼ਰਨ 'ਚ ਰਹਿਣਾ ਹੈ, ਭਾਵ ਜਿਵੇਂ ਪਰਮਾਤਮਾ ਕਹਿੰਦਾ ਉਵੇਂ ਕਰਨਾ, ਇਹ ਸ਼ਰਨ ਹੈ। ਦੂਸਰੇ ਪਾਤਸ਼ਾਹ 7 ਸਾਲ ਪਹਿਲੇ ਪਾਤਸ਼ਾਹ ਦੀ ਸ਼ਰਨ 'ਚ ਰਹੇ। ਜਿਹੜਾ ਸ਼ਰਨ 'ਚ ਆ ਜਾਂਦਾ ਉਹਦੀ ਆਪਣੀ ਕੋਈ ਇੱਛਾ ਨਹੀਂ ਹੁੰਦੀ, ਉਹ ਉਹੀ ਕੁਛ ਕਰਦਾ ਜੋ ਉਹਦਾ ਮਾਲਕ ਕਹਿੰਦਾ। ਜੋ ਉਹਦਾ ਮਾਲਕ ਕਹਿੰਦਾ ਉਸਨੂੰ ਖੁਸ਼ੀ ਖੁਸ਼ੀ ਕਰਦਾ ਹੈ। ਤੀਸਰੇ ਪਾਤਸ਼ਾਹ 12 ਸਾਲ ਦੂਸਰੇ ਪਾਤਸ਼ਾਹ ਦੇ ਸ਼ਰਨ 'ਚ ਰਹੇ। ਚੌਥੇ ਪਾਤਸ਼ਾਹ ਕਈ ਸਾਲ ਤੀਸਰੇ ਪਾਤਸ਼ਾਹ ਦੀ ਸ਼ਰਨ 'ਚ ਰਹੇ। ਆਪਣਾ ਕੋਈ ਵਿਚਾਰ ਹੀ ਨਹੀਂ ਹੈਗਾ, ਕੋਈ ਸਲਾਹ ਨਹੀਂ ਦਿੱਤੀ, ਆਪਣੇ ਕੋਈ ਵਿਚਾਰ ਨਹੀਂ ਪ੍ਰਗਟ ਕੀਤੇ। ਜੋ ਖਾਣ ਨੂੰ ਮਿਲ ਗਿਆ ਖਾ ਲਿਆ, ਜੋ ਪਹਿਨਣ ਨੂੰ ਮਿਲ ਗਿਆ ਪਹਿਨ ਲਿਆ, ਜੋ ਗੁਰੂ ਨੇ ਕਿਹਾ ਉਵੇਂ ਕਰਤਾ। ਇਹ ਸ਼ਰਨ 'ਚ ਆਉਣਾ। ਜੋ ਪਰਮਾਤਮਾ ਦੀ ਸ਼ਰਨ 'ਚ ਆ ਜਾਂਦਾ ਹੈ ਉਹਨੂੰ ਇੱਥੇ ਵੀ ਸੁੱਖ ਅਤੇ ਅੱਗੇ ਉਹਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਕਹੋ ਨਾਨਕ ਜੋ ਪ੍ਰਭ ਸ਼ਰਨਾਈ, ਕਹੋ ਨਾਨਕ ਜੋ ਪ੍ਰਭ ਸ਼ਰਨਾਈ। ਕਹੋ ਨਾਨਕ ਜੋ ਪ੍ਰਭ ਸ਼ਰਨਾਈ, ਕਹੋ ਨਾਨਕ ਜੋ ਪ੍ਰਭ ਸ਼ਰਨਾਈ। ਇਹਾਂ ਸੁਖ ਆਗੈ ਗਤ ਪਾਈ, ਇਹਾਂ ਸੁਖ ਆਗੈ ਗਤ ਪਾਈ। ਇਹਾਂ ਸੁਖ ਆਗੈ ਗਤ ਪਾਈ, ਅੱਗੇ ਕਹਿੰਦੇ ਆਸਾ ਮਹਿਲਾ ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ। ਉਹੀ ਤੇ ਤਰੰਗ ਹੁੰਦੇ ਪਾਣੀ 'ਚੋਂ ਉੱਠੀ ਹੋਈ ਲਹਿਰ, ਇੱਥੇ ਭਾਵ ਹੈ ਪਾਣੀ। ਤੂੰ ਮੇਰਾ ਪਾਣੀ ਹੈ, ਹਮ ਮੀਨ ਤੁਮਾਰੇ, ਮੈਂ ਤੇਰੀ ਮੱਛੀ ਹਾਂ। ਹੇ ਪਰਮਾਤਮਾ ਤੂੰ ਪਾਣੀ ਹੈ ਤੇ ਮੈਂ ਤੇਰੀ ਮੱਛੀ ਹਾਂ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਹੇ ਪਰਮਾਤਮਾ ਮੈਂ ਵੀ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ।
ਤਾਂ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾ। ਆਹੀ ਭਾਵ। ਤੂੰ ਮੇਰਾ ਠਾकुर ਹਮ ਤੇਰਾ ਦੁਆਰੇ। ਤੂੰ ਮੇਰਾ ਮਾਲਕ ਹੈ, ਮੈਂ ਤੇਰੇ ਦਰ ਤੇ ਖੜਾ ਹਾਂ। ਤੂੰ ਮੇਰਾ ਕਰਤਾ, ਹੂੰ ਸੇਵਕ ਤੇਰਾ। ਤੂੰ ਮੈਨੂੰ ਬਣਾਉਣ ਵਾਲਾ ਹੈ, ਤੂੰ ਰਚਨਹਾਰ ਹੈ, ਤੂੰ ਕਰਤਾ ਪੁਰਖ, ਮੈਂ ਤਾਂ ਤੇਰਾ ਸੇਵਕ ਹਾਂ। ਸ਼ਰਨ ਗਹੀ ਪ੍ਰਭ ਗੁਣੀ ਗਹਿਰਾ। ਹੇ ਪਰਮਾਤਮਾ ਗੁਣੀ ਗਹਿਰਾ, ਹੇ ਬੇਅੰਤ ਗੁਣਾਂ ਦੇ ਮਾਲਕ, ਸ਼ਰਨ ਗਹੀ, ਮੈਂ ਤੇਰੀ ਸ਼ਰਨ ਪਕੜੀ ਹੈ। ਗਹੀ ਮੈਨੇ ਪਕੜੇ। ਹੇ ਬੇਅੰਤ ਗੁਣਾਂ ਦੇ ਮਾਲਕ ਪਰਮਾਤਮਾ, ਮੈਂ ਤੇਰੀ ਸ਼ਰਨ ਪਕੜੀ ਹੈ। ਇਹ ਚੱਲਦਾ ਰਹੇਗਾ। ਰਹਾ ਤੂੰ ਮੇਰਾ ਜੀਵਨ, ਤੂੰ ਆਧਾਰ। ਤੁਝੇ ਪੇਖ ਬਿਕਸੈ ਕੌਲਾਰ। ਕੌਲਾਰ ਹੁੰਦਾ ਕੌਲ, ਫੁੱਲ ਹੁੰਦਾ ਕਮਲ ਫੁੱਲ, ਭਾਵ ਮਨ ਰੂਪੀ ਕਮਲ ਫੁੱਲ। ਤੂੰ ਮੇਰਾ ਜੀਵਨ ਹੈ, ਤੂੰ ਆਧਾਰ, ਤੂੰ ਮੇਰਾ ਆਧਾਰ ਹੈ, ਤੂੰ ਮੇਰਾ ਓਟ ਆਸਰਾ ਹੈ। ਤੁਝੇ ਪੇਖ, ਤੈਨੂੰ ਵੇਖ ਕੇ, ਬਿਕਸੈ ਕੌਲਾਰ, ਮੇਰਾ ਮਨ ਰੂਪੀ ਕਮਲ ਖਿੜ ਉੱਠਦਾ ਹੈ। ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜਦਾ ਹੈ, ਇਸ ਤਰ੍ਹਾਂ ਕਹਿੰਦੇ ਹੈ ਪਰਮਾਤਮਾ ਤੈਨੂੰ ਵੇਖ ਕੇ ਮੇਰਾ ਮਨ ਰੂਪੀ ਕਮਲ ਖਿੜ ਉੱਠਦਾ ਹੈ, ਮਨ ਖੁਸ਼ ਹੋ ਜਾਂਦਾ ਹੈ। ਜਿਵੇਂ ਕੰਮੀ ਦੇ ਜਿਹੜੇ ਫੁੱਲ ਨੇ ਉਹ ਚੰਦਰਮਾ ਨੂੰ ਵੇਖ ਕੇ ਖੁਸ਼ ਹੁੰਦੇ ਨੇ, ਜਿਹੜਾ ਕਮਲ ਦਾ ਫੁੱਲ ਹੈ ਇਹ ਸੂਰਜ ਵੇਖ ਕੇ ਖੁਸ਼ ਹੁੰਦਾ। ਜਿਹੜਾ ਸੂਰਜਮੁਖੀ ਹੈ ਉਹ ਤੇ ਕਮਾਲ ਦਾ ਫੁੱਲ ਹੈ। ਜਿੱਧਰ ਨੂੰ ਸੂਰਜ ਜਾਂਦਾ ਉਧਰ ਨੂੰ ਮੂੰਹ ਕਰਦਾ ਜਾਂਦਾ। ਦੇਖੋ ਕਿਆ ਬਾਤ ਹੈ। ਸਵੇਰੇ ਉਹਦਾ ਮੂੰਹ ਪੂਰਬ ਵਾਲੇ ਪਾਸੇ, ਦੁਪਹਿਰੇ ਸਿੱਧਾ, ਸ਼ਾਮ ਨੂੰ ਪੱਛਮ ਵਾਲੇ ਪਾਸੇ। ਇਹ ਨਾ ਪਿਆਰ ਵੀ ਕਦੇ ਵੀ ਆਪਣੇ ਪਿਆਰੇ ਵੱਲ ਪਿੱਠ ਨਹੀਂ ਕਰਨੀ, ਹਮੇਸ਼ਾ ਸਨਮੁਖ ਰਹਿਣਾ। ਦੱਸਦੇ ਆ ਸਾਨੂੰ ਵੀ ਜਿਹੜਾ ਪਿਆਰ ਹੈ ਜਿਹਦੇ ਨਾਲ, ਉਹਦੇ ਨਾਲ ਪਿੱਠ ਨਹੀਂ ਕੀਤੀ, ਉਹਦੇ ਸਨਮੁਖ ਰਿਹਾ ਜਾਂਦਾ। ਸੂਰਜਮੁਖੀ ਦਾ ਪਿਆਰ ਹੈ ਸੂਰਜ ਨਾਲ, ਜਿੱਧਰ ਜਿੱਧਰ ਸੂਰਜ ਜਾਂਦਾ ਉਹ ਵੀ ਉੱਧਰ ਉੱਧਰ ਨੂੰ ਘੁੰਮਦਾ ਜਾਂਦਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ, ਹੇ ਪਰਮਾਤਮਾ ਤੈਨੂੰ ਵੇਖ ਕੇ ਮੇਰਾ ਮਨ ਰੂਪੀ ਕਮਲ ਖਿੜ ਉੱਠਦਾ ਹੈ। ਤੂੰ ਮੇਰੀ ਗਤ ਪਤ, ਤੂੰ ਪਰਵਾਨ, ਤੂੰ ਸਮਰੱਥ, ਮੈਂ ਤੇਰਾ ਤਨ। ਤੂੰ ਮੇਰੀ ਗਤ ਹੈ, ਤੂੰ ਮੈਨੂੰ ਮੁਕਤੀ ਦੇਣ ਵਾਲਾ ਹੈ। ਤੂੰ ਪਤ, ਤੂੰ ਮੇਰੀ ਇੱਜ਼ਤ ਰੱਖਣ ਵਾਲਾ ਹੈ। ਤੂੰ ਜੋ ਕਰਦਾ ਹੈ ਮੈਨੂੰ ਪ੍ਰਵਾਨ ਹੈ, ਮੈਨੂੰ ਪ੍ਰਵਾਨ ਹੈ ਜੋ ਤੂੰ ਕਰੇ। ਤੂੰ ਸਮਰੱਥ, ਤੂੰ ਸਭ ਕੁਛ ਕਰਨ ਦੇ ਸਮਰੱਥ ਹੈ। ਮੈਂ ਭਾਵ ਮੈਨੂੰ, ਮੈਂ ਤੇਰਾ ਤਾਣ, ਮੈਨੂੰ ਤੇਰਾ ਹੀ ਓਟ ਆਸਰਾ ਹੈ। ਪਰਮਾਤਮਾ ਦਾ ਓਟ ਆਸਰਾ ਹੈ, ਕਿਸੇ ਬੰਦੇ ਦਾ ਨਹੀਂ ਲਿਆ, ਕਿਸੇ ਲੀਡਰ ਦਾ ਨਹੀਂ ਲਿਆ, ਕਿਸੇ ਹੋਰ ਦਾ ਨਹੀਂ ਲਿਆ। ਕਿਉਂਕਿ ਸ਼ਰਨ ਉਹਦੀ ਜਾਣਾ ਚਾਹੀਦਾ ਜਿਹੜਾ ਸਮਰੱਥ ਹੋਵੇ। ਇੱਕ ਬੰਦਾ ਜਾਂ ਕੋਈ ਜਾਨਵਰ ਗਿੱਦੜ ਦੀ ਸ਼ਰਨ 'ਚ ਚਲਾ ਜਾਂਦਾ ਹੈ ਤਾਂ ਸ਼ੇਰ ਕਿਸੇ ਵੀ ਬਗਿਆੜ ਕਿਸੇ ਵੀ ਵਾਲਾ ਕੋਲ ਖਾ ਸਕਦਾ, ਪਰ ਜੇ ਸ਼ੇਰ ਦੀ ਸ਼ਰਨ ਚਲੇ ਜਾਏ ਫਿਰ ਕਿਸੇ ਜਾਨਵਰ ਦੀ ਤਾਕਤ ਨਹੀਂ ਪੈਂਦੀ। ਸੰਸਾਰ ਦੀ ਸਭ ਤੋਂ ਵੱਡੀ ਤਾਕਤਵਰ ਜੀ ਚੀਜ਼ ਹੈ ਉਹ ਪਰਮਾਤਮਾ। ਇਸ ਲਈ ਜਿਹੜੇ ਭਗਤ ਨੇ, ਜਿਹੜੇ ਸੇਵਕ ਨੇ, ਪਰਮਾਤਮਾ ਦੀ ਸ਼ਰਨ 'ਚ ਰਹਿੰਦੇ। ਹੁਣ ਪੰਜਵਾਂ ਪਾਤਸ਼ਾਹ ਸ਼ਰਨ 'ਚ ਸਨ ਪਰਮਾਤਮਾ। ਜਦੋਂ ਸੁਲੀ ਖਾਨ ਲਾਹੌਰ ਤੋਂ ਚੱਲਿਆ, ਸਿੱਖਾਂ ਨੇ ਕਿਹਾ ਵੀ ਮਹਾਰਾਜ ਜੀ ਸੁਲੀ ਖਾਨ ਆ ਰਿਹਾ ਹੈ, ਤੁਹਾਡਾ ਭਰਾ ਹੀ ਉਹਨੂੰ ਲੈ ਕੇ ਤੁਹਾਡੇ ਵਿਰੁੱਧ ਲੈ ਕੇ ਆ ਰਿਹਾ। ਕਹਿੰਦੇ ਉਹਨੂੰ ਕੋਈ ਚਿੱਠੀ ਹੋਈ ਲਿਖ ਦਿਓ ਵੀ ਅਸੀਂ ਭਾਈ ਤੇਰਾ ਕੀ ਵਿਗਾੜਿਆ, ਤੂੰ ਆਇਆ ਰਹੇ।
कोई कहता जे चिट्ठी नहीं लिखनी तो 2 बंदे अगे पहुँचा दो, सुलह सफाई कर लेंगे। जे ये भी नहीं करना तो फिर कुछ उपाय करो, फिर कुछ प्रबंध करो। गुरु महाराज के मैं सब कुछ छोड़ प्रभ तू ही तेरा, हे परमात्मा मैं ते तेरा ही उठ आसरा, मैं होर सलाह उसरा छड्डे तेनू ही मैं तसलाउंदा। क्योंकि परमात्मा ते सन, परमात्मा ते उन्होंने 100% विश्वास सी, इसलिए परमात्मा ने सुलह खान नूं राह च मारता। सो परमात्मा की शरण च आउणा बहुत मुश्किल है, पर असंभव नहीं है, क्योंकि कोई असंभव गल इत्थे बाणी च नहीं लिखी हुई। जदों आपां किसी नूं उपदेश दिंदे हां वो तां उन्ना ही कहने जिन्ना वो कर सकता है, कोई असंभव गल नहीं कहते आपां। इसलिए गुरबाणी च कोई भी गल ऐसी नहीं कही गई जिहड़ी सिख ना कर सकता होवे, कुछ भी असंभव नहीं किया। ये तो फिर अपने अपने भाग ने भी, कोई किन्ना क लगता है परमात्मा वाले पासे, उन्ना ही लगना ना जिन्ना को लिखा के लिया है कि जिन्हें जिहो ਜਿਹੇ भाग ने। इसलिए कहते आन दिन जपों नाम गुण तास, तास हुंदा खजाना, गुण तास गुणां दा खजाना, पाप परमात्मा। अन दिन जपो नाम गुण तास, जिहड़ा परमात्मा दा नाम है ना, ये तो गुणां दा खजाना है। नाम जपद्यां जपद्यां साडे अंदर गुण पैदा होने शुरू हो जाने अपने आप ही, क्योंकि नाम गुणां दा खजाना है। नाम ने साडे अंदर गुण पैदा कर देना, इसलिए मैं दिन रात परमात्मा का नाम जपदा जो गुणा का खजाना है, क्योंकि नाम दे विच सब कुछ ही है। इसलिए कहते नाम ते नामी च कोई फर्क नहीं हुंदा। जिहड़ा वाहिगुरू शब्द है, गुरमंत्र है, इस विच ते वाहिगुरू विच कोई फर्क नहीं। वाहिगुरू वाले सारे गुण इस वाहिगुरू गुरमंत्र दे विच हन। वाहिगुरू 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 करी जाओ, समा पा के वाहिगुरू वाले गुण तुहाडे च प्रवेश करने शुरू हो जाणगे। सालां बधी करन तो बाद साडे च रब वाले गुण पैदा हो जाणगे, असीं रब रूप हो जाएंगे। जदों रब रूप हो गए फिर साडा रब नाल मेल हो जाएगा, उन्ना चिर नहीं होया करता। दो चीज़ां समरूप होण तां मेल हो सकता है। दुध दा ते पानी दा मेल है, क्योंकि दोनों चिट्टे ने। जे पानी होर रंग दा हुंदा, दुध होर रंग दा नहीं सी मेल होना। जदों साडे च रब्बी गुण पैदा हो जाणगे, वो किवें होणगे? उहदा नाम जप जप के होणगे। बस परमात्मा वाले जिन्ने गुण ने उसदे नाम विच हन। वाहिगुरू वाहिगुरू करी चलो, वाहिगुरू वाले गुण समा पा के साढ़े च आपे ही प्रवेश कर जाएंगे। किड्डी जबरदस्त खोज है ऋषियां मुनियां भगतां गुरुआं ने। ये जिहड़ा गुरमंत्र है ये बड़ी जबरदस्त खोज है। देखो कोई राम देंदा गुरमंत्र, इस राम दे विच ही राम दे सारे गुण ने। सानू वाहिगुरू गुरमंत्र दिता, इस सारे वाहिगुरू वाले गुण हैं। फिर के जैसा सेवै तैसो होवे। सो ज्यों ज्यों असीं वाहिगुरू 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 करी जावांगे, असीं हौली हौली वाहिगुरू वर्गे होई जावांगे। ते जदों उहदे वर्गे हो जाएंगे फिर उहदे नाल मेल हो जाएगा। बस उहदे वर्गे होण दा ढंग इक्को ही है कि उहदा नाम दा जाप करी जाना। बस
ਆਪਣੇ ਆਪ ਹੀ ਉਹਦੇ ਵਾਲੇ ਗੁਣ। ਪਰਮਾਤਮਾ ਅਕਲਮੰਦ ਹੈ, ਤੁਸੀਂ ਅਕਲਮੰਦ ਹੋ ਜਾਓਗੇ। ਪਰਮਾਤਮਾ ਸੋਹਣਾ ਹੈ, ਤੁਸੀਂ ਨਾਮ ਜਪ ਜਪ ਕੇ ਸੋਹਣੇ ਹੋ ਜਾਓਗੇ। ਪਰਮਾਤਮਾ ਮਿੱਠ ਬੋਲੜਾ ਹੈ, ਤੁਹਾਡਾ ਸੁਭਾਅ ਬਦਲ ਜਾਏਗਾ, ਮਿੱਠੇ ਸੁਭਾਅ ਦੇ ਹੋ ਜਾਏਗੇ। ਪਰਮਾਤਮਾ ਦੀ ਬੇਅੰਤ ਨਿਮਰਤਾ ਹੈ। ਇਹ ਸਾਰੇ ਗੁਣ ਪਰਮਾਤਮਾ ਦੇ ਵਿੱਚ ਹਨ। ਉਹੀ ਗੁਣ ਸਮਾਂ ਪਾ ਕੇ ਸਾਡੇ 'ਚ ਪ੍ਰਵੇਸ਼ ਕਰ ਜਾਂਦੇ ਹਨ। ਇਸ ਲਈ ਬੜੀ ਜ਼ਬਰਦਸਤ ਕਾਢ ਹੈ ਕਿ ਜੇ ਰੱਬ ਨੂੰ ਮਿਲਣਾ ਤਾਂ ਰੱਬ ਵਰਗੇ ਹੋਣਾ ਪੈਣਾ, ਅਤੇ ਰੱਬ ਵਰਗੇ ਹੋਣ ਲਈ ਉਹਦਾ ਨਾਮ ਜਪਣਾ ਪੈਣਾ। ਤਾਂ ਗੁਰੂ ਮਹਾਰਾਜ ਕਹਿੰਦੇ ਅਣ ਦਿਨ ਜਪੋ ਨਾਮ ਗੁਣਤਾਸ। ਪਰਮਾਤਮਾ ਦਾ ਨਾਮ ਜੋ ਗੁਣਾਂ ਦਾ ਖਜ਼ਾਨਾ ਹੈ, ਮੈਂ ਦਿਨ ਰਾਤ, ਅਣ ਦਿਨ ਮੈਨੇ ਦਿਨ ਰਾਤ ਜਪੋਂ ਜਪਦਾ ਹਾਂ। ਇਹਦੇ ਦੋ ਅਰਥ ਹੁੰਦੇ ਨੇ। ਕਿਤੇ ਹੁੰਦਾ ਜਪਾਂਗਾ, ਜਪੋਂ ਇਹਦਾ ਅਰਥ ਜਪਾਂਗਾ, ਕਿਤੇ ਹੁੰਦਾ ਜਪੋਂ ਜਪਦਾ ਹਾਂ। ਇੱਥੇ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਹਾਂ। ਨਾਨਕੀ ਪ੍ਰਭ ਹੈ ਅਰਦਾਸ। ਹੁਣ ਜਦੋਂ ਦੂਜੀ ਲਾਈਨ ਪੜ੍ਹੋਗੇ, ਨਾਨਕ ਦੀ ਹੈ ਪਰਮਾਤਮਾ ਤੇਰੇ ਕੋਲੇ ਅਰਦਾਸ ਹੈ ਕਿ ਮੈਂ ਦਿਨ ਰਾਤ ਤੇਰਾ ਨਾਮ ਜਪਾਂ। ਹੁਣ ਜਪੋਂ ਦਾ ਅਰਥ ਹੈ ਜਪਾਂ। ਤੇਰਾ ਨਾਮ ਜੋ ਗੁਣਾਂ ਦਾ ਖਜ਼ਾਨਾ ਹੈ, ਹੇ ਪਰਮਾਤਮਾ ਮੇਰੀ ਅਰਦਾਸ ਹੈ ਤੇਰੇ ਅੱਗੇ ਕਿ ਮੈਂ ਉਹਨੂੰ ਦਿਨ ਰਾਤ ਜਪਾਂ। ਕਿਉਂ ਜੇ ਜਪਦਾ ਹਾਂ ਫਿਰ ਅਰਦਾਸ ਕਰਨ ਦੀ ਲੋੜ ਨਹੀਂ ਹੁੰਦੀ। ਤੁਸੀਂ ਸਿਮਰਨ ਕਰ ਰਹੇ ਹੋ, ਫਿਰ ਸਿਮਰਨ ਦੀ ਦਾਤ ਮੰਗਣ ਦੀ ਲੋੜ ਹੀ ਨਹੀਂ, ਪਹਿਲੇ ਹੀ ਕਰ ਰਹੇ ਹੋ। ਮੰਗੀ ਦਾ ਤਾਂ ਉਹ ਚੀਜ਼ ਹੁੰਦੀ ਜਿਹੜੀ ਆਪਣੇ ਕੋਲ ਨਾ ਹੋਵੇ, ਉਹ ਚੀਜ਼ ਮੰਗੀ ਦੀ। ਇਸ ਕਰਕੇ ਵੀ ਮੇਰੀ ਹੇ ਪਰਮਾਤਮਾ ਮੇਰੀ ਤੇਰੇ ਅੱਗੇ ਤੇਰੇ ਅੱਗੇ ਅਰਦਾਸ ਹੈ ਕਿ ਮੈਂ ਦਿਨ ਰਾਤ ਤੇਰਾ ਨਾਮ ਜੋ ਗੁਣਾਂ ਦਾ ਖਜ਼ਾਨਾ ਹੈ ਉਹਦਾ ਨਾਮ ਜਪਾਂ ਮੈਂ ਦਿਨ ਰਾਤ। ਅਨ ਦਿਨ ਜਪੋ ਨਾਮ ਗੁਣਤਾਸ, ਅਨ ਦਿਨ ਜਪੋ ਨਾਮ ਗੁਣਤਾਸ। ਨਾਨਕ ਕੀ ਪ੍ਰਭ ਪਹਿ ਅਰਦਾਸ, ਨਾਨਕ ਕੀ ਪ੍ਰਭ ਪਹਿ ਅਰਦਾਸ। ਨਾਨਕ ਕੀ ਪ੍ਰਭ ਪਹਿ ਅਰਦਾਸ, ਨਾਨਕ ਕੀ ਪ੍ਰਭ ਪਹਿ ਅਰਦਾਸ। ਆਸਾ ਮਹਿਲਾ ਪੰਜਵਾਂ। ਰੋਵਨ ਹਾਰੈ ਝੂਠ ਕਮਨ, ਹੱਸ ਹੱਸ ਸੋਗ ਕਰਤ ਬੇਗਨ। ਕੋਈ ਮਰ ਗਿਆ ਹੈ, ਉੱਥੇ ਜਾ ਕੇ ਕਈ ਰੋਂਦੇ ਨੇ। ਉਹਨਾਂ ਦਾ ਰੋਣਾ ਝੂਠਾ ਹੈ, ਉਹਨਾਂ ਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਦੋਂ ਕਿਸੇ ਮਰੇ ਹੋਏ ਨੂੰ ਵੇਖਦਾ, ਉਹਨੂੰ ਆਪਣਾ ਮਰਿਆ ਹੋਇਆ ਧੀ ਪੁੱਤ ਰਿਸ਼ਤੇਦਾਰ ਯਾਦ ਆ ਜਾਂਦਾ। ਉਹ ਆਪਣਿਆਂ ਨੂੰ ਐਕਚੁਅਲੀ ਰੋਂਦਾ ਹੈ। ਦੇਖਣ ਨੂੰ ਐਂ ਲੱਗਦਾ ਵੀ ਇਹਦੇ ਦੁੱਖ 'ਚ ਰੋ ਰਿਹਾ ਹੈ, ਕੋਈ ਕਿਸੇ ਦੇ ਦੁੱਖ 'ਚ ਨਹੀਂ ਰੋਂਦਾ। ਆਪਣੇ ਹੀ ਦੁੱਖ ਕਾਰਨ ਮਨੁੱਖ ਰੋਂਦਾ ਹੈ, ਇਸ ਲਈ ਝੂਠਾ ਰੋਂਦਾ ਹੈ। ਰੋਵਨਹਾਰ ਹੈ ਝੂਠ ਕਮਨ। ਜਿਹੜਾ ਰੋ ਰਿਹਾ ਹੈ ਇਹ ਤੇ ਝੂਠਾ ਰੋ ਰਿਹਾ ਹੈ। ਇਹ ਉਹ ਜਿਹੜਾ ਮਰ ਗਿਆ ਜਿਹਨੇ ਉਹਦੇ ਲਈ ਨਹੀਂ ਰੋ ਰਿਹਾ। ਹਾਸਸ ਸੋਗ ਕਰਤ ਬੇਗਨ। ਜਿਹੜਾ ਓਪਰਾ ਬੰਦਾ ਹੁੰਦਾ ਹੈ ਉਹ ਗਿਆ ਹੋਇਆ। ਮੈਂ ਦੇਖਿਆ ਕਈਆਂ ਨੂੰ ਮੜੀਆਂ ਵਿੱਚ ਖੜੇ ਹੋਏ, ਉਹਦੇ ਮੁਰਦਾ ਪਿਆ ਮੜੀਆਂ 'ਚ ਖੜੇ ਹੋਏ ਵੀ ਕਈ ਹੱਸ ਰਹੇ ਹੁੰਦੇ, ਉਹਨਾਂ ਨੂੰ ਕੋਈ ਦੁੱਖ ਨਹੀਂ। ਇਸ ਲਈ ਉਹਨਾਂ ਦਾ ਮੜੀਆਂ 'ਚ ਆਉਣਾ ਵੀ ਝੂਠਾ ਲੋਕ ਵਿਖਾਵਾ ਹੈ। ਕਿੰਨਾ ਸਮਾਂ ਬਾਹਰ ਖੜੇ, ਭੋਗ ਵਾਲੇ ਦਿਨ ਬਾਹਰ ਖੜੇ ਗੱਲਾਂ ਮਾਰੀ ਜਾਣਗੇ। ਜਦੋਂ 10 ਕੁ ਮਿੰਟ ਰਹਿੰਦੇ ਨੇ ਫਿਰ ਅੰਦਰ ਆ ਜਾਂਦੇ। ਪਹਿਲਾਂ ਉਹ ਵਿਚਾਰੇ ਕੀਰਤਨੀ 10-15 ਬੈਠੇ ਹੋਏ। ਮੰਨ ਲਓ 1 ਤੋਂ 2 ਪ੍ਰੋਗਰਾਮ ਨੇ ਤਮਾਸ਼ਾ ਵੇਖਣ ਵਾਲਾ ਹੁੰਦਾ, 1:45 ਵਜੇ ਤੱਕ ਹਾਲ ਖਾਲੀ ਜਾਂਦਾ। ਪਿਛਲੇ 15 ਮਿੰਟ 'ਚ ਭਰ ਦਿੰਦੇ ਨੇ। ਸਿਰਫ ਵਿਖਾਵੇ ਲਈ, ਆਪਣੀ ਹਾਜ਼ਰੀ ਲਵਾਉਣ ਲਈ ਅਸੀਂ ਆਏ ਹਾਂ ਜੀ। ਦੁੱਖ ਅੰਦਰ ਕੋਈ ਨਹੀਂ ਹੁੰਦਾ। ਨਾ ਕੋਈ ਮਰੇ ਲਈ ਅਰਦਾਸ ਕਰਦਾ, ਚਾਹੇ 1000 ਬੰਦਾ ਸੱਦ ਲਓ।
कोई नहीं करता। भाई भी तां करदा तुसीं उहनूं 100 रुपया दिंदे हो तां करदा, नहीं तो वो भी ना करे। वो भी नहीं तो खाली हत्थ वे के सड़े जे पैसे कोई नहीं दिता, नाले कही जो मन च कही जो पैसे कोई नहीं दिता, वो भी सिर्फ माया की खातर अरदास करता, नहीं तो वो भी ना करे। गल के मैं वेला बैठे तुहाडी अरदासां करन नूं, इसलिए फॉर्मैलिटियां ने बस। दुख तो थोड़े जिहे नूं हुंदा है, दुख तो जे 1000 बंदा आया है, दुख तो 10-12 नूं कुल, बाकी एवें ही आए हुंदे ने। सब झूठा रोना है, इसलिए सोग कर नाल हस रहे, हस सोग करत बेगन। ਜਿਹੜੇ बेगाने ਹੁੰਦੇ ਨੇ ਉਹ ਕਹਿੰਦੇ ਉਂਝ ਦਾ ਸੋਗ ਕਰਨਾ ਹੈ, ਪਰ ਉੱਥੇ ਹੱਸੀ ਜਾਂਦੇ ਨੇ। ਬੇਗਾਨਾ ਬੇਗਿਆਨੀ ਨੂੰ ਵੀ ਕਹਿੰਦੇ ਨੇ। ਜਿਹੜਾ ਅਗਿਆਨੀ ਹੈ ਉਹ ਆਇਆ ਤੇ ਸੋਗ ਕਰਨਾ ਹੈ, ਪਰ ਵਿੱਚ ਹੱਸੀ ਜਾਂਦਾ ਹੁੰਦਾ। ਕੋ ਮੂਆ ਕਾ ਕਹਿ ਘਰ ਗਾਵਨ, ਕਿਸੇ ਦੇ ਘਰ ਤੇ ਕੋਈ ਮਰ ਗਿਆ ਹੈ ਤੇ ਕਿਸੇ ਦੇ ਘਰ 'ਚ ਗੀਤ ਗਾਏ ਜਾ ਰਹੇ ਹਨ। ਇੱਕ ਦਾ ਮਰ ਗਿਆ, ਨਾਲ ਵਾਲੇ ਘਰ 'ਚ TV ਚੱਲ ਰਿਹਾ ਹੁੰਦਾ ਗੱਲ ਕੇ ਮਰ ਗਿਆ, ਇਹਨਾਂ ਦਾ ਮਰ ਗਿਆ, ਆਪਾਂ ਤਾਂ ਆਪਣਾ ਫਿਲਮ ਵੇਖ ਲਓ। ਕਿਸੇ ਦੇ ਘਰ 'ਚ ਮਰ ਗਿਆ ਸੋਗ ਹੈ, ਕਹਿ ਘਰ ਗਾਵਨ, ਤੇ ਕਿਸੇ ਦੇ ਘਰ 'ਚ ਗੀਤ ਗਾਏ ਜਾ ਰਹੇ ਨੇ ਖੁਸ਼ੀ ਦੇ। ਕੋ ਰੋਵੇ ਕੋ ਹੱਸ ਪਾਵਨ, ਕੋਈ ਰੋ ਰਿਹਾ ਤੇ ਕੋਈ ਹੱਸ ਰਿਹਾ ਹੈ। ਕਿ ਜਿੱਥੇ ਖੁਸ਼ੀ ਦਾ ਮੌਕੇ 'ਤੇ ਹੱਸ ਰਹੇ ਨੇ, ਜਿੱਥੇ ਰੋਣ ਵਾਲੇ ਰੋ ਰਹੇ ਹਨ। ਸੋ ਇਹ ਸਭ ਵਿਖਾਵੇ ਹਨ। ਬਾਲ ਵਿਵਸਥਾ ਤੇ ਬਿਰਧਾਨਾ, ਇਹਨੂੰ ਬਿਰਧਾਨਾ ਨਹੀਂ ਪੜ੍ਹਦਾ ਪੰਜਾਬੀ ਵਾਂਗੂ, ਹਿੰਦੀ ਸ਼ਬਦ ਹੈ ਬਿਰਧ, ਬਿਰਧਾਨਾ। ਬਾਲ ਵਿਵਸਥਾ ਤੇ ਬਿਰਧਾਨਾ, ਬਚਪਨ ਦੀ ਅਵਸਥਾ ਤੋਂ ਫਿਰ ਬੰਦਾ ਬੁੱਢਾ ਹੋ ਜਾਂਦਾ, ਬਿਰਧ ਹੋ ਜਾਂਦਾ। ਹਰ ਇੱਕ ਨਹੀਂ ਹੋਣਾ ਹੈ। ਜੇ ਬੁਢਾਪੇ ਤੱਕ ਕੋਈ ਜਿਉਂਦਾ ਰਿਹਾ, ਜੇ ਪਹਿਲੇ ਹੀ ਮਰ ਕੇ ਫਿਰ ਤਾਂ ਗੱਲ ਖਤਮ ਹੋ ਗਈ। ਬਾਲ ਅਵਸਥਾ ਤੋਂ ਕਹਿੰਦੇ ਬੁੱਢਾ ਹੋ ਗਿਆ ਹੈ, ਪਹੁੰਚਣਾ ਮੌਕਾ ਫਿਰ ਪਛਤਾਨਾ। ਪਰ ਜਿੱਥੇ ਇਹਨੇ ਪਹੁੰਚਣਾ ਸੀ ਉੱਥੇ ਪਹੁੰਚ ਹੀ ਨਹੀਂ ਸਕਿਆ, ਹੁਣ ਪਛਤਾ ਰਿਹਾ ਹੈ। ਪਹੁੰਚਣਾ ਚਾਹੁੰਦਾ ਸੀ ਮੈਂ ਅਡਾਨੀ ਅੰਬਾਨੀ ਦੇ ਬਰਾਬਰ ਪਹੁੰਚ ਜਾ, ਉਹ ਤਾਂ ਬੁੱਢਾ ਹੋ ਗਿਆ, ਪਹੁੰਚ ਸਕਿਆ ਨਹੀਂ, ਫਿਰ ਪਛਤਾਉਂਦਾ ਯਾਰ ਐ ਵੀ ਜ਼ਿੰਦਗੀ ਗਈ। ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਨਹੀਂ ਸਕਿਆ। ਤ੍ਰਿਹੁ ਗੁਣ ਮੈਂ ਵਰਤੈ ਸੰਸਾਰਾ, ਮਾਇਆ ਦੇ 3 ਗੁਣ ਨੇ। ਤ੍ਰਿਹੁ ਆਹੇ ਤੇ ਟਿੱਪੀ ਲਾ ਕੇ ਪੜ੍ਹਨਾ। ਜਿੱਥੇ ਹਾਹੇ ਖੀਨ ਔਂਕਲ ਲੱਗਾ ਹੋਵੇ ਜਾਂ ਦਲੈਂਕਲ ਲੱਗੇ ਹਨ ਅਤੇ ਉਹ ਸ਼ਬਦ ਗਿਣਤੀ ਦੱਸਦਾ ਹੋਵੇ ਤਾਂ ਫਿਰ ਉੱਥੇ ਟਿੱਪੀ ਲਾ ਕੇ ਬੋਲੀ ਜਾਂਦੀ। ਤ੍ਰਿਹੁ ਗੁਣ ਮੈਂ ਵਰਤੈ ਸੰਸਾਰ, ਇਹ ਸਾਰਾ ਸੰਸਾਰ ਮਾਇਆ ਦੇ 3 ਗੁਣਾਂ 'ਚ ਹੀ ਲੱਗਾ ਹੋਇਆ ਹੈ। ਕੋਈ ਰਜੋ ਗੁਣੀ ਹੈ, ਕੋਈ ਸਤੋ ਗੁਣੀ ਹੈ, ਕੋਈ ਤਮੋ ਗੁਣੀ ਹੈ। ਤਮੋ ਗੁਣੀ ਲੋਕ ਉਹ ਹੁੰਦੇ ਹਨ ਜਿਹੜੇ ਐਸੇ ਕਰਮ ਕਰਦੇ ਨੇ ਜੋ ਅਗਿਆਨੀਆਂ ਵਾਲੇ ਹੁੰਦੇ ਨੇ, ਨਾ ਉਹਨਾਂ ਨੂੰ ਲਾਭ ਨਾ ਕਿਸੇ ਹੋਰ ਨੂੰ ਲਾਭ। ਜੇ ਇੱਕ ਨਸ਼ੇ ਕਰ ਰਿਹਾ ਉਹਨੂੰ ਆਪ ਨੂੰ ਵੀ ਕੋਈ ਲਾਭ ਨਹੀਂ ਹੈ, ਸਰੀਰ ਖਰਾਬ ਕਰ ਰਿਹਾ ਹੈ, ਪੈਸੇ ਦੀ ਬਰਬਾਦੀ ਕਰ ਰਿਹਾ, ਇੱਜ਼ਤ ਉਹਦੀ ਕੋਈ ਨਹੀਂ ਸਮਾਜ 'ਚ ਹੁੰਦੀ, ਆਪਣੀ ਨੁਕਸਾਨ ਕਰ ਰਿਹਾ। ਇਹ ਤਮੋ ਗੁਣੀ ਲੋਕ ਹਨ। ਇੱਕ ਉਹਦੇ ਰਜੋ ਗੁਣੀ, ਬਈ ਮੇਰਾ ਫਾਇਦਾ ਹੋਣਾ ਚਾਹੀਦਾ, ਬਾਕੀ ਜਾਣ ਜਹੰਨਮ 'ਚ। ਇਹ ਰਜੋ ਗੁਣੀ ਸੁਭਾਅ ਹੈ, ਔਰ ਬਹੁਤੇ ਲੋਕਾਂ ਦਾ ਇਹੋ ਹੀ ਸੁਭਾਅ ਹੈ। ਦੂਜਿਆਂ ਦਾ ਭਾਵੇਂ ਨੁਕਸਾਨ ਹੋ ਜਾਏ, ਮੇਰਾ ਫਾਇਦਾ ਹੋਣਾ ਚਾਹੀਦਾ ਹੈ। ਸਤੋ ਗੁਣੀ ਉਹ ਲੋਕ ਹੁੰਦੇ ਨੇ ਜਿਹੜਾ ਕਿਸੇ ਦਾ ਮਾੜਾ ਨਹੀਂ ਕਰਦੇ, ਚੰਗੇ ਕਰਮ ਕਰਦੇ। ਸੋ 3 ਪ੍ਰਕਾਰ ਦੇ ਲੋਕ ਇਸ ਸੰਸਾਰ 'ਚ, ਸਾਰਾ ਸੰਸਾਰ ਇਹ 3 ਗੁਣਾਂ ਦੇ ਵਿੱਚ ਹੀ ਵਰਤ ਰਿਹਾ ਹੈ। ਤਮੋ ਗੁਣ, ਰਜੋ ਗੁਣ, ਸਤੋ ਗੁਣ। ਨਰਕ ਸੁਰਗ ਫਿਰ ਅਵਤਾਰਾ। ਅਵਤਾਰਾ ਮੈਨੇ ਅਵਤਾਰ ਲੈਣਾ, ਜਨਮ ਲੈਣਾ। ਉਹ ਕਦੇ ਨਰਕਾਂ 'ਚ ਕਦੇ ਸੁਰਗਾਂ 'ਚ ਵਾਰੀ ਜਨਮ ਲੈਂਦੇ ਹਨ। ਕਦੇ ਦੁੱਖ ਭੋਗਦੇ ਨੇ, ਕਦੇ ਸੁੱਖ ਭੋਗਦੇ ਹਨ।
ਕਹੋ ਨਾਨਕ ਜੋ ਲਾਇਆ ਨਾਮ, ਸਫਲ ਜਨਮ ਤਾਕਾ ਪਰਵਾਨ। ਗੁਰੂ ਮਹਾਰਾਜ ਕੇ ਜਿਸ ਨੂੰ ਪਰਮਾਤਮਾ ਨੇ ਨਾਮ ਵਿੱਚ ਲਾਤਾ ਨਾ, ਆਪਣੇ ਨਾਮ ਨਾਲ ਜੋੜ ਲਿਆ ਹੈ, ਪਰ ਜੋ ਪਰਮਾਤਮਾ ਦਾ ਨਾਮ ਜਪਦਾ ਹੈ, ਸਫਲ ਜਨਮ ਤਾਕਾ ਪਰਵਾਨ, ਉਹਦਾ ਜੀਵਨ ਸਫਲਾ ਹੈ। ਉਹ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ। ਜਿਸ ਨੂੰ ਪਰਮਾਤਮਾ ਨੇ ਨਾਮ 'ਤੇ ਲਾਤਾ ਨਾ, ਕਹਿੰਦੇ ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਉਹ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ ਹੈ। ਕਹੋ ਨਾਨਕ ਜੋ ਲਾਇਆ ਨਾਮ, ਕਹੋ ਨਾਨਕ ਜੋ ਲਾਇਆ ਨਾਮ, ਕਹੋ ਨਾਨਕ ਜੋ ਲਾਇਆ ਨਾਮ, ਕਹੋ ਨਾਨਕ ਜੋ ਲਾਇਆ ਨਾਮ। ਸਫਲ ਜਨਮ ਤਾਕਾ ਪਰਵਾਨ, ਸਫਲ ਜਨਮ ਤਾਕਾ ਪਰਵਾਨ, ਸਫਲ ਜਨਮ ਤਾਕਾ ਪਰਵਾਨ, ਸਫਲ ਜਨਮ ਤਾਕਾ ਪਰਵਾਨ। ਅੱਗੇ ਕਹਿੰਦੇ ਆਸਾ ਮਹਿਲਾ ਪੰਜਵਾਂ। ਸੋਏ ਰਹੀ ਪ੍ਰਭ ਖਬਰ ਨ ਜਾਣੀ, ਭੋਰ ਭਇਆ ਬਹੁਰ ਪਛਤਾਨੀ। ਭੋਰ ਹੁੰਦਾ ਸਵੇਰ ਹੋ ਜਾਣਾ। ਕਹਿੰਦੇ ਜੀਵਨ ਦੀ ਸਾਰੀ ਰਾਤ ਬੀਤ ਗਈ ਹੈ, ਸੁੱਤੀ ਰਹਿ ਗਈ। ਕਹਿੰਦੇ ਪਰਮਾਤਮਾ ਦੀ ਖਬਰ ਹੀ ਨਹੀਂ ਵਜਾਣੀ, ਪਰਮਾਤਮਾ ਬਾਰੇ ਕੁਝ ਜਾਣੀ ਹੀ ਨਹੀਂ ਹੈ। ਅਗਿਆਨਤਾ 'ਚ ਸਾਰੀ ਜੀਵਨ ਰੂਪੀ ਰਾਤ ਬਤੀਤ ਕਰਦੀ। ਜਦੋਂ ਫਿਰ ਦਿਨ ਚੜ੍ਹ ਗਿਆ ਹੈ, ਅੰਤਮ ਸਮਾਂ ਆ ਗਿਆ, ਹੁਣ ਬਹੁਰ ਪਛਤਾਨੀ। ਫਿਰ ਵਾਰੀ ਵਾਰੀ ਪਛਤਾਉਂਦੀ ਹੈ ਵੀ ਉਹ ਨਾਮ ਜਪਣਾ ਚਾਹੀਦਾ ਸੀ, ਨਾਮ ਨਹੀਂ ਜਪਿਆ। ਕਿਉਂ? ਜਮਦੂਤ ਸਾਹਮਣੇ ਦਿਸਦੇ ਨਾ। ਫਿਰ ਜਮਦੂਤਾਂ ਨੂੰ ਵੇਖ ਕੇ ਤਾਂ ਵੱਡੇ ਵੱਡੇ ਡਰ ਜਾਂਦੇ। ਉਹਨਾਂ ਦੀ ਅੱਖਾਂ ਹੀ ਜਿਵੇਂ ਆਂਡੇ ਹੁੰਦੇ ਨੇ, ਐਡੀ ਐਡੀ ਤੇ ਅੱਖਾਂ ਹੁੰਦੀਆਂ ਉਹਨਾਂ ਦੀਆਂ, ਵੇਖ ਕੇ ਡਰ ਜਾਂਦਾ ਬੰਦਾ ਵੀ ਆ ਗਏ ਬਈ ਹੁਣ। ਕਈ ਵਾਰੀ ਤੁਸੀਂ ਦੇਖਿਆ ਬੜੀਆਂ ਲੱਤਾਂ ਘਸੀੜਦਾ ਬੰਦਾ, ਮੰਜੇ 'ਤੇ ਮਾਰਦਾ ਪੈਰ। ਉਦੋਂ ਉਹ ਜੇ ਜਿੰਦ ਨਮਾਣੀ ਕੱਢੀਏ, ਹੱਡਾਂ ਕੂ ਕੜਕਾਏ, ਉਦੋਂ ਬਹੁਤ ਕਈ ਵਾਰੀ ਔਖਾ ਹੁੰਦਾ ਬੰਦਾ ਮਰਨ ਵੇਲੇ। ਜਮਦੂਤ ਉਹਦੀ ਜਿੰਦ ਕੱਢ ਰਹੇ ਹੁੰਦੇ। ਸੋ ਇਸ ਲਈ ਕਹਿੰਦੇ ਮੈਂ ਸੁੱਤੀ ਰਹਿ ਗਈ, ਪਾ ਮੈਂ ਅਗਿਆਨੀ ਰਹਿ ਗਈ। ਪਰਮਾਤਮਾ ਦੀ ਮੈਨੂੰ ਖਬਰ ਹੀ ਨਹੀਂ ਜਾਣੀ। ਮੈਂ ਹੁਣ ਭੋਰ ਪਿਆ, ਸਵੇਰ ਹੋ ਗਈ ਹੈ, ਜੀਵਨ ਰੂਪੀ ਰਾਤ ਮੁੱਕਣ ਵਾਲੀ ਹੋ ਗਈ ਹੈ। ਹੁਣ ਪਛਤਾਉਂਦੀ ਹੈ ਵੀ ਉਹ ਨਾਮ ਜਪਣਾ ਚਾਹੀਦਾ ਸੀ, ਉਹ ਤਾਂ ਜਪੇ ਹੀ ਨਹੀਂ ਹੈ। ਸਾਰੀ ਉਮਰ ਐਵੇਂ ਲੰਘਾਤੀ, ਔਰ ਬਹੁਤ ਸਾਰੀ ਦੁਨੀਆਂ ਸਾਰੀ ਉਮਰ ਇੰਝ ਹੀ ਲੰਘਾਉਂਦੀ। ਬਹੁਤ ਸਾਰੇ ਜਿਹਨੇ ਕਹਿ ਨਹੀਂ ਚੰਗੇ ਕਰਮ ਕਰਨੇ ਚਾਹੀਦੇ, ਨਾਮ ਜਪਣ ਦਾ ਕੀ ਮਤਲਬ? ਨਾਮ ਦੀ ਕੀ ਲੋੜ ਹੈ? ਚੰਗੇ ਕਰਮ ਤੇ ਹਰ ਇੱਕ ਨੂੰ ਕਰਨੇ ਚਾਹੀਦੇ, ਚਾਹੇ ਨਾਸਤਕ ਹੈ ਚਾਹੇ ਆਸਤਕ ਹੈ। ਕਿਉਂਕਿ ਜੇ ਕਰਮ ਹੀ ਚੰਗੇ ਨਹੀਂ ਕਰਦਾ, ਫਿਰ ਤੁਹਾਨੂੰ ਸੁੱਖ ਮਿਲ ਹੀ ਨਹੀਂ ਸਕਦਾ। ਫਿਰ ਤਾਂ ਭਾਵੇਂ ਨਾਲ ਨਾਮ ਜਪੀ ਜੋ ਤਾਂ ਵੀ ਨਹੀਂ ਗੱਲ ਬਣੇਗੀ। ਮੈਂ ਚੋਰੀਆਂ ਵੀ ਕਰ ਰਿਹਾ, ਨਾਮ ਵੀ ਜਪਿਆ, ਜਪ ਰਿਹਾ, ਜਿੱਦੇ ਮੈਂ ਫੜੇਗਾ ਮੇਰਾ ਕੁਟਾਪਾ ਹੋਏਗਾ, ਉਹਦੇ ਨਾਮ ਨੇ ਨਹੀਂ ਮੈਨੂੰ ਫਿਰ ਬਚਾਉਣਾ। ਨਾਮ ਤਾਂ ਬਚਾਉਂਦਾ ਜੇ ਮੈਂ ਸਹੀ ਹੋਵਾਂ। ਜੇ ਮੈਂ ਸਹੀ ਹੋਵਾਂ ਤੇ ਜਿਹੜਾ ਹੈ ਬੇਕਸੂਰਾ ਕੋਈ ਮੈਂ ਫੜਿਆ ਜਾਵਾਂ, ਫਿਰ ਉੱਥੇ ਨਾਮ ਸਹਾਇਤਾ ਕਰਦਾ। ਹੈ ਹੀ ਕਸੂਰਵਾਰ ਹੋ ਤੇ ਨਾਮ ਨੇ ਕਿਸੇ ਸਹਾਇਤਾ ਕਰਨੀ। ਇਸ ਲਈ ਕਹਿੰਦੇ ਫਿਰ ਬੰਦਾ ਪਛਤਾਉਂਦਾ ਵੀ ਉਹ ਨਾਮ ਜਪਣਾ ਚਾਹੀਦਾ ਸੀ। ਅਖੀਰਲੇ ਸਮੇਂ ਫਿਰ ਗਿਆਨ ਹੁੰਦਾ ਹੈ। ਇੱਕ ਕਹਿੰਦਾ ਮੈਂ ਤਾਂ ਜਦੋਂ ਮਰਨ ਲੱਗਾਗਾ ਉਦੋਂ ਵਾਹਿਗੁਰੂ ਵਾਹਿਗੁਰੂ ਕਹਿ ਲਾਂਗਾ, ਜਮਦੂਤ ਮੈਨੂੰ ਛੱਡ ਕੇ ਚਲੇ ਜਾਣਗੇ। ਮੈਂ ਜੇ ਜਮਦੂਤ ਆ ਗਏ ਨਾ, ਤੂੰ ਤਾਂ ਚੀਕਾਂ ਮਾਰਨੀਆਂ, ਤਾਂ ਵਾਹਿਗੁਰੂ ਵਰ ਤਾਂ ਭੁੱਲ ਹੀ ਜਾਣਾ ਤੈਨੂੰ ਵਾਹਿਗੁਰੂ ਕੀ ਹੁੰਦਾ। ਡਰ 'ਚ ਨਹੀਂ ਹੁੰਦਾ। ਵਾਹਿਗੁਰੂ ਵਾਹਿਗੁਰੂ ਤਾਂ ਉਹੀ ਕਰ ਜਿਹੜਾ ਸਾਰੀ ਉਮਰ ਕਰਦੇ ਰਹੇ। ਪਰ ਜੇ ਉਹਨਾਂ ਦੀ ਬਦਕਿਸਮਤੀ ਹੋਵੇ, ਅਖੀਰਲੇ ਸਮੇਂ ਵਾਹਿਗੁਰੂ ਨਹੀਂ ਕਹਿ ਹੁੰਦਾ, ਕੋਈ ਸੰਸਾਰਿਕ ਗੱਲ ਯਾਦ ਆ ਜਾਂਦੀ, ਫਿਰ ਜਨਮ ਲੈਣੇ ਪੈਂਦੇ। ਇਹ ਤਾਂ ਬੜੇ ਵੱਡੇ ਭਾਗ ਹੋਣ ਤਾਂ ਮਰਨ ਵੇਲੇ ਕਿਤੇ ਵਾਹਿਗੁਰੂ ਸ਼ਬਦ ਮੂੰਹੋਂ ਨਿਕਲਦਾ ਹੈ।
ਅੱਗੇ ਕਹਿੰਦੇ ਪ੍ਰਿਯ ਪ੍ਰੇਮ ਸਹਿਜ ਮਨ ਆਨੰਦ ਧਰੋਂ ਰੀ। ਕਹਿੰਦੇ ਮੇਰੇ ਪਿਆਰੇ ਪ੍ਰਭੂ ਨਾਲ ਮੇਰਾ ਪ੍ਰੇਮ ਹੈ। ਪ੍ਰਿਯ ਪਿਆਰਾ ਹਿੰਦੀ ਦਾ ਸ਼ਬਦ ਹੈ। ਪਿਆਰੇ ਨਾਲ ਮੇਰਾ ਪ੍ਰੇਮ ਹੈ, ਇਸ ਲਈ ਸਹਿਜੇ ਹੀ ਮੇਰੇ ਮਨ 'ਚ ਆਨੰਦ ਹੈ। ਸਹਿਜੇ ਹੀ ਮੈਂ ਆਪਣੇ ਮਨ 'ਚ ਆਨੰਦ ਨੂੰ ਵਸਾ ਲਿਆ ਹੈ, ਕਿਉਂਕਿ ਜਿੱਥੇ ਰੱਬੀ ਪਿਆਰ ਹੈ ਉੱਥੇ ਆਨੰਦ ਹੈ। ਪਿਆਰ ਵਿੱਚ ਹਮੇਸ਼ਾ ਹੀ ਆਨੰਦ ਹੁੰਦਾ ਹੈ। ਪਰਿਵਾਰ ਦੇ ਜੀਆਂ ਦਾ ਆਪਸੀ ਪਿਆਰ, ਦੇਖੋ ਘਰ ਆਨੰਦ ਰਸੂਪ ਹੋ ਜਾਏ, ਉੱਥੇ ਆਨੰਦ ਹੀ ਆਨੰਦ ਹੈ। ਪਿਆਰ 'ਚ ਆਨੰਦ ਹੀ ਆਨੰਦ ਹੈ, ਅਤੇ ਪਰਮਾਤਮਾ ਤਾਂ ਹੈ ਹੀ ਆਨੰਦ ਸਰੂਪ। ਅਤੇ ਜੇ ਪਰਮਾਤਮਾ ਨਾਲ ਪਿਆਰ ਪੈਦਾ ਹੋ ਗਿਆ ਤਾਂ ਫਿਰ ਆਨੰਦ ਹੀ ਆਨੰਦ ਮਿਲਦਾ ਹੈ। ਇਸ ਲਈ ਪਰਮਾਤਮਾ ਨਾਲ ਪਿਆਰ ਕਿਵੇਂ ਪੈਦਾ ਹੋਵੇ? ਉਹਦਾ ਨਾਮ ਜਪ ਜਪ ਕੇ ਹੋਣਾ, ਹੋਰ ਕੋਈ ਢੰਗ ਤਰੀਕਾ ਨਹੀਂ। ਉਹਦਾ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਹੌਲੀ ਹੌਲੀ ਸਾਡਾ ਪਰਮਾਤਮਾ ਨਾਲ ਪਿਆਰ ਹੋ ਜਾਏਗਾ। ਜਿਉਂ ਜਿਉਂ ਪਿਆਰ ਹੋਏਗਾ ਤਿਉਂ ਤਿਉਂ ਨਾਮ ਜਪਣ 'ਚ ਆਨੰਦ ਆਵੇਗਾ। ਜੀ ਕਰੇਗਾ ਹੋਰ ਜਪਾਂ, ਹੋਰ ਜਪਾਂ। ਜੀ ਕਰੇਗਾ ਰਾਤ ਛੋਟੀ ਹੋ ਜਾਏ, ਮੈਂ ਨਾਮ ਹੋਰ ਜਪਾਂ, ਕਿਉਂਕਿ ਉਸ 'ਚੋਂ ਆਨੰਦ ਆ ਰਿਹਾ ਹੈ। ਪਿਆਰੇ ਦੀ ਯਾਦ ਵਿੱਚ ਹਮੇਸ਼ਾ ਹੀ ਆਨੰਦ ਹੁੰਦਾ ਹੈ। ਦੁਸ਼ਮਣ ਦੀ ਯਾਦ ਦੇ ਵਿੱਚ ਦੇਖੋ ਕਿੰਨਾ ਦੁੱਖ ਹੈ, ਕਿੰਨਾ ਮਨ ਖਰਾਬ ਹੁੰਦਾ ਹੈ ਜੇ ਦੁਸ਼ਮਣ ਯਾਦ ਆ ਜਾਏ। ਸੋ ਇਸ ਲਈ ਕਹਿੰਦੇ ਮੇਰਾ ਪਿਆਰੇ ਪਰਮਾਤਮਾ ਨਾਲ ਪਿਆਰ ਹੈ। ਸਹਿਜ ਮਨ ਆਨੰਦ ਧਰੋਂ ਰੀ। ਹੁਣ ਮੈਂ ਸਹਿਜ ਹੀ ਆਪਣੇ ਮਨ 'ਚ ਆਨੰਦ ਮਹਿਸੂਸ ਕਰ ਰਹੀ ਹਾਂ। ਪ੍ਰਭ ਮਿਲਵੇ ਕੀ ਲਾਲਸਾ, ਤਾਤੇ ਆਲਸ ਕਹਾ ਕਰੋ ਰੀ। ਇਹਨੂੰ ਕਹਾਂ ਕਰੋ ਨਹੀਂ ਪੜ੍ਹਨਾ ਹੈਗਾ। ਕਹਾਂ ਦੇ ਦੋ ਅਰਥ ਹੁੰਦੇ ਨੇ। ਆਪ ਕਹਾਂ ਜਾ ਰਹੇ, ਕਿੱਥੇ? ਦੂਸਰਾ ਕਹਾਂ ਦਾ ਅਰਥ ਹੁੰਦਾ ਹੈ ਆਖਾਂ। ਕੁਦਰਤ ਕਵਣ ਕਹਾਂ ਵਿਚਾਰ। ਕਹਾਂ ਦੇ ਦੋ ਅਰਥ ਹੁੰਦੇ, ਕਿੱਥੇ ਅਤੇ ਆਖਾਂ। ਕਹਾ ਦੇ ਅਰਥ ਹੁੰਦੇ ਕਿਹਾ, ਕੀ, ਕਿਉਂ, ਕਿਵੇਂ। ਕਹਾ ਦੇ ਚਾਰ ਅਰਥ ਹੁੰਦੇ ਨੇ। ਕਹਾ, ਕਿਹਾ, ਕੀ, ਕਿਉਂ, ਕਿਵੇਂ। ਜਦੋਂ ਚਾਰ ਅਰਥ ਉਹਦੇ ਪੜ੍ਹਨੇ ਕਹਾ। ਜਦੋਂ ਕਿੱਥੇ ਜਾਂ ਆਖਣ ਤੋਂ ਭਾਵ ਹੋਵੇ ਉਦੋਂ ਪੜ੍ਹਨਾ ਕਹਾਂ। ਹੁਣ ਕਿੱਥੇ ਆਲਸ ਕਰਨ ਤੋਂ ਭਾਵ ਨਹੀਂ ਹੈ, ਕਿਉਂ ਆਲਸ ਕਰਾਂ। ਪ੍ਰਭ ਮਿਲਵੇ ਕੀ ਲਾਲਸਾ, ਮੇਰੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਲਾਲਸਾ ਹੈ, ਇੱਛਾ ਹੈ। ਤਾਂ ਤੇ ਆਲਸ ਕਹਾ ਕਰੋ ਰੇ, ਇਸ ਲਈ ਮੈਂ ਆਲਸ ਕਿਉਂ ਕਰਾਂ। ਪਰਮਾਤਮਾ ਨੂੰ ਮਿਲਣ ਦੀ ਲਾਲਸਾ ਪੈਦਾ ਹੋ ਗਈ ਹੈ, ਫਿਰ ਆਲਸ ਨਾਲ ਤਾਂ ਨਾ ਗੱਲ ਬਣੇਗੀ, ਫਿਰ ਤਾਂ ਉੱਦਮ ਕਰਨਾ ਬਣੇਗੀ। ਅੰਮ੍ਰਿਤ ਵੇਲੇ ਉੱਠਣਾ ਪਏਗਾ, ਨਹਾਉਣਾ ਧੋਣਾ ਪਏਗਾ, ਸਿਮਰਨ ਕਰਨਾ ਪਏਗਾ, ਬਾਣੀ ਪੜ੍ਹਨੀ ਪਏਗੀ, ਉੱਠਦਿਆਂ ਬਿੜਦਿਆਂ ਨਾਮ ਜਪਣਾ ਪਏਗਾ। ਆਲਸੀ ਬੰਦਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦਾ। ਕਿਸੇ ਤਾਂ ਤੇ ਇਸ ਲਈ ਨਹੀਂ, ਉਹ ਤਾਂ ਕਿਤੇ ਨਹੀਂ ਹੁੰਦਾ। ਇਸ ਲਈ ਕਿਤੇ ਪਰਮਾਤਮਾ ਨੂੰ ਮਿਲਣ ਦੀ ਮੇਰੇ ਅੰਦਰ ਲਾਲਸਾ ਹੈ, ਇਸ ਲਈ ਮੈਂ ਆਲਸ ਕਿਵੇਂ ਕਰ ਸਕਦੀ ਹਾਂ। ਫਿਰ ਕਰ ਮੈਂ ਅੰਮ੍ਰਿਤ ਆਣ ਨਿਸਾਰਿਓ। ਕਰ ਹੁੰਦਾ ਹੱਥ, ਆਣ ਹੁੰਦਾ ਲਿਆ ਕੇ, ਨਿਸਾਰਿਓ ਮੈਨੇ ਪਾਉਣਾ। ਪਰਮਾਤਮਾ ਨੇ ਨਾਮ ਅੰਮ੍ਰਿਤ ਸਾਡੇ ਹੱਥ ਵਿੱਚ ਪਾ ਦਿੱਤਾ ਵੀ ਲੈ ਭਾਈ ਆ ਲੈ ਨਾਮ, ਇਹ ਜਪਿਆ ਕਰ। ਅਸੀਂ ਕੀ ਕੀਤਾ? ਖਿਸਰ ਗਿਆ ਭੂਮ ਪਰ ਡਾਰਿਓ। ਉਹ ਸਾਡੇ ਹੱਥ 'ਚੋਂ ਤਿਲਕ ਗਿਆ, ਖਿਸਰ ਗਿਆ, ਤਿਲਕ ਗਿਆ। ਭੂਮ ਪਰ ਡਾਰਿਓ, ਅਤੇ ਉਹ ਧਰਤੀ 'ਤੇ ਡਿੱਗ ਪਿਆ। ਉਹਨੇ ਨਾਮ ਦਿੱਤਾ, ਸਾਡੇ ਹੱਥ 'ਚੋਂ ਤਿਲਕ ਗਿਆ ਅਤੇ ਧਰਤੀ ਡਿੱਗ ਪਿਆ, ਖਾਲੀ ਤੇ ਖਾਲੀ ਰਹਿ ਗਿਆ। ਕਿਉਂ? ਧਿਆਨ ਨਾਲ ਹੀ ਨਾ ਹੱਥ ਕੀਤਾ।
ਲਾਪਰਵਾਹੀ ਨਾ ਕੀਤਾ, ਹੱਥ ਟੇਢਾ ਹੋ ਗਿਆ, ਡਿੱਗ ਪਿਆ। ਕਿਉਂ ਡਿੱਗ ਪਿਆ ਹੋਣਾ ਹਰ ਕਰ? ਕਹਿੰਦੇ ਸਾਧ ਮੋਹ ਲਾਦੀ ਅਹੰਕਾਰੇ, ਦੋਸ਼ ਨਹੀਂ ਪ੍ਰਭ ਕਰਨਾ ਹਾਰੇ। ਪਰਮਾਤਮਾ ਦਾ ਤਾਂ ਕੋਈ ਦੋਸ਼ ਨਹੀਂ, ਮੈਂ ਸਵਾਦਾਂ ਵਿੱਚ, ਮੋਹ ਵਿੱਚ, ਹੰਕਾਰ 'ਚ ਲੱਗੀ ਰਹੀ। ਪਰਮਾਤਮਾ ਨੇ ਨਾਮ ਅੰਮ੍ਰਿਤ ਮੈਨੂੰ ਦਿੱਤਾ ਸੀ, ਉਹ ਇਸ ਕਰਕੇ ਮੇਰੇ ਹੱਥ 'ਚ ਡੁੱਲ ਗਿਆ, ਕਿਉਂਕਿ ਧਿਆਨ ਤੇ ਸਾਰਾ ਜੀਵ ਦੇ ਸਵਾਦਾਂ ਵੱਲ ਸੀ, ਮਾਇਆ ਦੇ ਮੋਹ 'ਚ ਲੱਦੀ ਹੋਈ ਸੀ, ਹੰਕਾਰ ਸੀ ਅੰਦਰ। ਇਸ ਕਰਕੇ ਮੈਂ ਕਹਿੰਦੇ ਪਰਮਾਤਮਾ ਨੂੰ ਦੋਸ਼ ਨਹੀਂ ਦਿੰਦਾ। ਸਾਧ ਸੰਗ ਮਿਟੇ ਭਰਮ ਅੰਧਾਰੇ, ਨਾਨਕ ਮੇਲੀ ਸਿਰਜਣਹਾਰ। ਜਦੋਂ ਗੁਰੂ ਦੀ ਸੰਗਤ 'ਚ ਆ ਕੇ ਮੇਰੇ ਅੰਦਰ ਭਰਮ ਦਾ ਹਨੇਰਾ ਖਤਮ ਹੋ ਗਿਆ। ਭਰਮ ਕਰਕੇ ਹਨੇਰਾ ਹੈ। ਭਰਮ 'ਚ ਹਮੇਸ਼ਾ ਦੋ ਚਿਤੀ ਹੁੰਦੀ ਹੈ, ਮਾਇਆ ਵਾਲੇ ਪਾਸੇ ਜਾਵਾਂ ਕਿ ਰੱਬ ਵਾਲੇ ਪਾਸੇ ਜਾਵਾਂ, ਮਾਇਆ 'ਚ ਸੁੱਖ ਮਿਲੇਗਾ ਕਿ ਰੱਬ 'ਚ ਸੁੱਖ ਮਿਲੇ। ਬਸ ਇਹ ਭਰਮ ਜੀ ਸਾਰੀ ਉਮਰ ਲੰਘ ਜਾਂਦੀ। ਜਿਵੇਂ ਲੰਗੂਰ ਹੈ, ਇੱਕ ਦਰਖਤ ਤੋਂ ਦੂਜੇ ਦਰਖਤ 'ਤੇ ਛਾਲ ਮਾਰਦਾ ਹੈ। ਅਗਰ ਅੱਧ 'ਚ ਜਾ ਕੇ ਉਹਨੂੰ ਪਤਾ ਲੱਗ ਜਾਏ ਨਾ ਮੈਂ ਉੱਥੋਂ ਤੱਕ ਨਹੀਂ ਪਹੁੰਚ ਸਕਦਾ, ਉਹ ਹਵਾ 'ਚ ਪੁੱਠਾ ਵਾਪਸ ਪਹਿਲੇ ਦਰਖਤ 'ਤੇ ਆ ਜਾਂਦਾ। ਯਤਨ ਵੀ ਕੀਤਾ ਪਰ ਕਾਮਯਾਬੀ ਨਹੀਂ ਮਿਲੀ। ਇਸ ਤਰ੍ਹਾਂ ਮਨੁੱਖ ਦਾ ਕੰਮ ਹੁੰਦਾ ਹੈ। ਇਹਦਾ ਦਾ ਭਰਮ ਹੈ, ਉਹ ਕਈ ਵਾਰੀ ਅੱਧ ਟੱਪ ਜਾਂਦਾ। ਜਿੰਨਾ ਇੱਕ ਦਰਖਤ ਦੂਜੇ ਦਰਖਤ ਦਾ ਫਾਸਲਾ ਹੈ, ਅੱਧ ਟੱਪ ਜਾਂਦਾ, ਪਰ ਉਹਨੂੰ ਭਰਮ ਪੈਦਾ ਹੋ ਜਾਂਦਾ ਕਿਤੇ ਮੈਂ ਡਿੱਗ ਨਾ ਪਵਾਂ, ਉਸ ਦਰਖਤ 'ਤੇ ਪਹੁੰਚ ਨਾ ਸਕਾਂ। ਉਹ ਉੱਥੋਂ ਹੀ ਵਾਪਸ ਆ ਜਾਂਦਾ ਹੈ, ਧਰਤੀ 'ਤੇ ਪੈਰ ਨਹੀਂ ਲੱਗਦਾ, ਉਹ ਹਵਾ ਦੇ ਵਿੱਚ ਹੀ ਪੁੱਠਾ ਹੋ ਕੇ ਵਾਪਸ ਆ ਜਾਂਦਾ ਹੈ। ਜੇ ਉਹ ਦ੍ਰਿੜ ਰਹਿੰਦਾ ਅਗਲੇ ਦਰਖਤ 'ਤੇ ਪਹੁੰਚ ਜਾਂਦਾ। ਇਹ ਬੰਦਾ ਕਈ ਵਾਰੀ ਪਰਮਾਤਮਾ ਵਾਲੇ ਪਾਸੇ ਲੱਗਦਾ, ਫਿਰ ਭਰਮ ਪੈਦਾ ਹੋ ਜਾਂਦਾ। ਛੱਡ ਯਾਰ, ਆਪਣਾ ਮਾਇਆ ਕਮਾ, ਖਾ ਪੀ। ਮਾਇਆ ਕਮਾਉਂਦਾ ਹੈ, ਉਹ 'ਚ ਦੁਖੀ ਰਹਿੰਦਾ। ਛੱਡ ਯਾਰ, ਰੱਬ ਦਾ ਨਾਮ ਜਪ, ਕਦੇ ਉੱਧਰ ਨੂੰ ਕਦੇ ਉੱਧਰ ਨੂੰ, ਕਿਸੇ ਪਾਸੇ ਵੀ ਨਹੀਂ ਲੱਗਦਾ। ਮੰਜ਼ਿਲ 'ਤੇ ਪਹੁੰਚਣ ਲਈ ਜ਼ਰੂਰੀ ਹੈ ਇੱਕੋ ਪਾਸੇ ਤੁਰਦੇ ਜਾਣਾ, ਲਗਾਤਾਰ ਤੁਰਦੇ ਜਾਣਾ ਹੈ, ਅਤੀਕੋ ਸੇਧ ਵਿੱਚ ਤੁਰਦੇ ਜਾਣਾ, ਤਾਂ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਾਂਗੇ, ਤਾਂ ਹੀ ਪਹੁੰਚਾਂਗੇ। ਜੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਨਹੀਂ ਫਿਰ ਗੱਲ ਬਣਦੀ। ਇਸ ਲਈ ਕਹਿੰਦੇ ਜਦੋਂ ਅੰਦਰੋਂ ਗੁਰੂ ਦੀ ਸੰਗਤ ਕਰਕੇ ਭਰਮ ਰੂਪੀ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਨਾ, ਨਾਨਕ ਮੇਲੀ ਸਿਰਜਣਹਾਰੇ, ਪਰਮਾਤਮਾ ਨੇ ਫਿਰ ਨਾਲ ਮਿਲਾ ਲਈ। ਕਿਉਂ? ਅੰਦਰੋਂ ਭਰਮ ਖਤਮ ਹੋ ਗਿਆ ਹੈ, ਗਿਆਨ ਹੋ ਗਿਆ ਕਿ ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ। ਇਸ ਪਾਸੇ ਫਿਰ ਲੱਗ ਗਿਆ ਅਤੇ ਅਖੀਰ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ। ਅਸੀਂ ਨਹੀਂ ਪਰਮਾਤਮਾ ਨੂੰ ਮਿਲ ਸਕਦੇ, ਉਹ ਸਾਨੂੰ ਆਪਣੇ ਨਾਲ ਮਿਲਾਉਂਦਾ ਹੈ। ਅਸੀਂ ਤਾਂ ਇੱਕ ਪੈਂਡਾ ਤੁਰਨਾ, ਉਹ ਕਰੋੜ ਪੈਂਡਾ ਤੁਰ ਕੇ ਸਾਡੇ ਵੱਲ ਆਉਂਦਾ ਹੈ। ਅਸੀਂ ਇੱਕ ਪੈਂਡਾ ਤੁਰਨਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੈ। ਅਸੀਂ ਤੇ ਸੱਚੇ ਦਿਲੋਂ ਗੁਰੂ ਵੱਲ, ਰੱਬ ਵੱਲ ਤੁਰਨਾ ਹੈ। ਗੁਰੂ ਨੇ ਅੱਗੋਂ ਆ ਕੇ ਸਾਨੂੰ ਮਿਲਣਾ। ਇਸ ਤਰ੍ਹਾਂ ਸਾਡੀ ਯਾਤਰਾ ਛੇਤੀ ਮੁੱਕ ਜਾਂਦੀ ਹੈ। ਅਸੀਂ ਮੰਨ ਲਓ ਕਰੋੜ ਕਦਮ ਤੁਰਨਾ ਹੈ, ਤਾਂ ਜਿਹੜਾ ਹੈ ਅਸੀਂ ਤਾਂ ਇੱਕ ਕਦਮ ਤੁਰੇ ਅਤੇ ਬਾਕੀ ਗੁਰੂ ਮਾਰ ਤੁਰ ਕੇ ਅੱਗੇ ਆ ਗਏ। ਗੱਲ ਹੈ ਕਿ ਸ਼ਰਧਾ ਭਾਵਨਾ ਨਾਲ ਤੁਰੇ ਜਾਣਾ ਹੈ। ਮਨ 'ਚ ਕੋਈ ਸ਼ੰਕਾ ਨਹੀਂ ਲੈਣਾ, ਪਤਾ ਨਹੀਂ ਮੈਨੂੰ ਮਿਲੇਗਾ ਕਿ ਨਹੀਂ ਮਿਲੇਗਾ, ਪਤਾ ਨਹੀਂ ਮੇਰੇ ਭਾਗਾਂ 'ਚ ਹੈ ਕਿ ਨਹੀਂ ਹੈ। ਉਹ ਫਿਰ ਸ਼ੰਕਾ ਰਹਿ ਜਾਂਦਾ। ਦੁਬਦਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਦੁਬਦਾ ਸੀ, ਨਾ ਰਾਮ ਮਿਲਿਆ ਨਾ ਮਾਇਆ ਮਿਲੀ। ਜਿਹੜਾ ਇੱਕੋ ਪਾਸੇ ਲੱਗਾ ਰਹਿੰਦਾ, ਮਾਇਆ ਵਾਲੇ ਪਾਸੇ ਹੀ ਲੱਗ ਗਿਆ, ਉਹ ਘੱਟ ਤੋਂ ਘੱਟ ਮਾਇਆ 'ਤੇ ਕਮਾ ਲੈਂਦਾ ਹੈ। ਉਹ ਘੱਟ ਤੋਂ ਮਾਇਆ 'ਤੇ ਕਮਾ ਲੈਂਦਾ, ਲੱਗ ਗਿਆ ਮਾਇਆ। ਅਡਾਨੀ ਅਬਾਨੀ ਵਾਲੇ
ਉਹਨਾਂ ਨੇ ਰੱਬ ਤੋਂ ਕੀ ਲੈਣਾ, ਇੱਕੋ ਪਾਸੇ ਲੱਗਣਾ ਪਏਗਾ। ਹੁਣ ਗੁਰੂ ਮਹਾਰਾਜ ਸਾਨੂੰ ਕਿਹਾ ਕਿ ਭਾਈ ਕਿਰਤ ਕਰੋ, ਬਾਕੀ ਜਿਹੜਾ ਸਮਾਂ ਮਿਲੇ ਉਸ 'ਚ ਨਾਮ ਜਪੋ, ਬਾਕੀ ਫਜ਼ੂਲ ਦੇ ਕੰਮ ਧੰਦੇ ਜਿਹੜੇ ਗੁਰਬਾਣੀ ਦੇ ਵਿਰੁੱਧ ਨੇ ਉਹ ਸਭ ਛੱਡ ਦਿਓ। ਅਵਰ ਕਾਜ ਤੇਰੇ ਕਿਤੇ ਨਾ ਕਰੋ। ਅਵਰ ਕਾਜ ਉਹਨਾਂ ਨੂੰ ਕਿਹਾ ਉਹ ਕੰਮ ਜਿਹੜੇ ਗੁਰਬਾਣੀ ਦੇ ਵਿਰੁੱਧ ਨੇ, ਕਹਿ ਤੂੰ ਉਹ ਕੰਮ ਕਰਦਾ, ਇਹ ਤੇਰੇ ਸੇ ਕਿਸੇ ਕੰਮ ਨਹੀਂ ਹੋਣੇ, ਉਹ ਛੱਡਣੇ ਪੈਣੇ। ਚੋਰੀਆਂ, ਡਾਕੇ, ਠੱਗੀਆਂ, ਬਦਮਾਸ਼ੀਆਂ, ਨਸ਼ੇ ਸਭ ਛੱਡਣੇ ਪੈਣੇ। ਆਪਣਾ ਦਸਾਂ ਉਹਨਾਂ ਦੀ ਕਿਰਤ ਕਰਕੇ ਪਰਮਾਤਮਾ ਪਾਲਣਾ, ਬੱਚਿਆਂ ਨੂੰ ਪਾਲਣਾ ਹੈ, ਅਤੇ ਜਿੰਨਾ ਸਮਾਂ ਮਿਲੇ ਆਪਣੀ ਭਜਨ ਬੰਦਗੀ ਕਰਨੀ ਹੈ। ਆਸਾ ਮਹਿਲਾ ਪੰਜਵਾਂ। ਚਰਨ ਕਮਲ ਕੀ ਆਸ ਪਿਆਰੇ, ਜਮ ਕੰਕਰ ਨਸ ਗਏ ਵਿਚਾਰੇ। ਹੇ ਪਰਮਾਤਮਾ, ਜਦੋਂ ਦੀ ਮੈਂ ਤੇਰੇ ਚਰਨ ਕਮਲਾਂ 'ਤੇ ਆਸ ਰੱਖੀ ਹੋਈ ਹੈ ਨਾ, ਉਦੋਂ ਦੇ ਜਮ ਕੰਕਰ ਜਿਹੜੇ ਨਸ ਗਏ ਵਿਚਾਰੇ, ਜਮਦੂਤ ਦੌੜੀ ਗਏ ਵੀ ਇਹਨੂੰ ਤਾਂ ਰੱਬ ਦਾ ਹੀ ਓਟ ਆਸਰਾ ਹੈ, ਇਹ ਤਾਂ ਉਹਦਾ ਹੀ ਨਾਮ ਜਪਦਾ ਰਹਿੰਦਾ ਹੈ, ਇਸ ਲਈ ਜਮਦੂਤ ਆਉਂਦੇ ਹੀ ਨਹੀਂ ਉਹਨੂੰ ਲੈਣ, ਕਿਉਂਕਿ ਬਾਣੀ ਰਾਹੀਂ ਪਰਮਾਤਮਾ ਦਾ ਹੁਕਮ ਹੈ, ਜਿੱਥੇ ਵੀ ਮੇਰੀ ਕੋਈ ਭਜਨ ਬੰਦਗੀ ਕਰਦਾ ਹੈ ਜਮਦੂਤੋ ਤੁਸੀਂ ਉੱਥੇ ਨਹੀਂ ਜਾਣਾ। ਇਸ ਲਈ ਤੁਹਾਨੂੰ ਜਮਦੂਤਾਂ ਦਾ ਕੋਈ ਡਰ ਨਹੀਂ ਹੋਣਾ ਚਾਹੀਦਾ, ਆਪਣਾ ਭਜਨ ਬੰਦਗੀ ਕਰਦੇ ਰਹੋ, ਤੁਹਾਨੂੰ ਲੈਣ ਹੀ ਨਹੀਂ ਆਉਣਾ ਜਮਾਂ ਨੇ। ਤੂੰ ਚਿਤਾਵੇਂ ਤੇਰੀ ਮਾਇਆ, ਮਾਇਆ ਹੁੰਦੀ ਕਿਰਪਾ। ਹੈ ਪਰਮਾਤਮਾ, ਜਦੋਂ ਤੂੰ ਯਾਦ ਹੋਣਾ ਮੈਂ ਸਮਝ ਤੇਰੀ ਕਿਰਪਾ ਹੈ ਤਾਂ ਯਾਦ ਮੈਨੂੰ। ਉਹਦੀ ਕਿਰਪਾ ਜਦੋਂ ਸਾਡੇ ਤੇ ਹੁੰਦੀ ਫਿਰ ਸਾਨੂੰ ਪਰਮਾਤਮਾ ਯਾਦ ਆਉਂਦਾ ਹੈ। ਸਿਮਰਤ ਨਾਮ ਸਗਲ ਰੋਗ ਖਇਆ, ਖਇਆ ਉਹਦਾ ਨਾਸ਼ ਹੋ ਗਿਆ। ਨਾਮ ਦਾ ਸਿਮਰਨ ਕਰ ਕਰਕੇ ਸਾਰੇ ਰੋਗ ਨਾਸ਼ ਹੋ ਜਾਂਦੇ। 5 ਰੋਗ ਗਿਣੇ ਨੇ ਬਣੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜੇ ਦੇ ਪੰਜੇ ਰੋਗਾਂ ਦਾ ਨਾਸ਼ ਹੋ ਜਾਂਦਾ। ਆ ਢਿੱਡ ਪੀੜ, ਸਿਰ ਪੀੜ ਨੂੰ ਗੁਰਬਾਣੀ 'ਚ ਰੋਗ ਨਹੀਂ ਗਿਣਿਆ ਗਿਆ। ਇਹ ਤੇ ਸਰੀਰ ਹੈ, ਜਿੱਥੇ ਸਰੀਰ ਹੋਏਗਾ ਇਹ ਚੀਜ਼ਾਂ ਹੋਣਗੀਆਂ ਹੋਣਗੀਆਂ। ਜਿੱਥੇ ਸਰੀਰ ਹੈ ਉੱਥੇ ਰੋਗ ਤਾਂ ਕੋਈ ਨਾ ਕੋਈ ਲੱਗਣਾ ਹੀ ਹੈ। 9 ਗੁਰੂਆਂ ਨੂੰ ਕੋਈ ਰੋਗ ਨਹੀਂ ਲੱਗਾ, ਉਹ ਨਿਰੋਗ ਹੀ ਰਹੇ। ਸਿਰਫ 8ਵੇਂ ਪਾਤਸ਼ਾਹ ਨੂੰ ਰੋਗ ਲੱਗਾ ਸੀ ਚੀਜ਼ਕ ਦਾ। ਇਹ ਸਰੀਰ ਨੇ ਜਿਹੜੇ ਸਾਡਾ ਢਿੱਡ ਪੀੜ, ਸਿਰ ਦਰਦ ਹੈ, ਇਸ ਨੂੰ ਗੁਰਬਾਣੀ 'ਚ ਰੋਗ ਨਹੀਂ ਗਿਣਿਆ ਗਿਆ ਹੈ। ਰੋਗ 5 ਹੀ ਗਿਣੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਿੱਥੇ ਬਾਣੀ ਲਿਖਿਆ ਨਾ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਉੱਥੇ ਰੋਗੀ ਤੋਂ ਆ ਨਹੀਂ ਕਿਸੇ ਦੇ ਢਿੱਡ ਪੀੜ ਹੈ, ਕਿਸੇ ਸਿਰ ਪੀੜ ਹੋ ਰਹੀ ਹੈ। ਆਪਾਂ ਉਂਝ ਵੀ ਕਹਿ ਲਓ ਵੀ ਜਿਹੜਾ ਵੀ ਇਹ ਸਾਰੇ ਰੋਗੀ, ਔਰ ਹੈਡ ਵੀ ਰੋਗੀ, ਤੰਦਰੁਸਤ ਕੋਈ ਵਿਰਲਾ ਟਾਵਾਂ ਹੀ ਹੈ, ਪਰ ਇੱਥੇ ਰੋਗੀ ਹੈ। ਕੋਈ ਕਾਮੀ ਹੈ, ਕੋਈ ਕ੍ਰੋਧੀ ਹੈ, ਕੋਈ ਲੋਭੀ ਹੈ, ਕੋਈ ਮੋਹੀ ਹੈ, ਕੋਈ ਹੰਕਾਰੀ ਹੈ, ਕੋਈ ਨਾ ਕੋਈ ਰੋਗ ਹਰ ਇੱਕ ਨੂੰ ਲੱਗਾ ਹੈ। ਜਾਨਵਰਾਂ ਅਤੇ ਪਸ਼ੂਆਂ 'ਚ ਇੱਕ ਰੋਗ ਹੁੰਦਾ ਹੈ, ਬੰਦੇ 'ਚ 5 ਹੁੰਦੇ ਨੇ। ਜਾਨਵਰ ਦੀ ਉਦਾਹਰਨਾਂ ਵੀ ਬਾਣੀ ਦਿੱਤੀਆਂ ਹੋਈਆਂ, ਉਹ ਤੇ ਇੱਕ ਰੋਗ ਕਾਰਨ ਬਰਬਾਦ ਹੋ ਗਏ। ਪਤੰਗੇ, ਉਹਨੂੰ ਰੋਗ ਹੈ, ਉਹ ਜਿੱਥੇ ਚਾਨਣ ਵੇ ਅੱਗ ਵੇਖਦਾ ਉੱਥੇ ਉਹਦੇ ਉੱਤੇ ਸੜ ਕੇ ਮਰ ਜਾਂਦਾ। ਮੱਛੀ ਹੈ, ਉਹਨੂੰ ਰੋਗ ਹੈ ਜੀਵ ਦੇ ਸਵਾਦ ਦਾ, ਉਹ ਫਸ ਜਾਂਦੀ ਹੈ। ਹਿਰਨ ਨੂੰ ਰੋਗ ਹੈ ਤਾਂ ਆਵਾਜ਼ ਦਾ, ਕੱਢੇ ਹਿੜੇ ਦੀ ਆਵਾਜ਼, ਜਦੋਂ ਆਵਾਜ਼ ਸੁਣਦਾ ਅੱਖਾਂ ਬੰਦ ਕਰਕੇ ਖਲੋਤਾ ਰਹਿੰਦਾ, ਸ਼ਿਕਾਰੀ ਅੱਗੇ ਫੜ ਲੈਂਦਾ। ਜਿਹੜਾ ਹਾਥੀ ਹੈ, ਇੱਦਾਂ ਕਾਮ ਦਾ ਰੋਗ ਹੈ, ਇਹ ਇਸ ਕਰਕੇ ਫਸ ਜਾਂਦਾ। ਸੋ ਇਹਨਾਂ ਦੇ ਵਿੱਚ ਬਾਣੀ ਕਹਿੰਦੀ ਇੱਕ ਇੱਕ ਰੋਗ ਹੈ। ਮਨੁੱਖ ਤੇ 5 ਨੇ, ਇਸ ਲਈ ਇਹਦੇ ਬਚਣ ਦੀ ਸੰਭਾਵਨਾ ਹੀ ਕੋਈ ਨਹੀਂ। ਇਹਦੇ ਬਚਣ ਦੀ ਸੰਭਾਵਨਾ ਹੀ ਕੋਈ ਨਹੀਂ, ਕਿੱਥੋਂ ਕਿੱਥੇ ਬਚੇਗਾ। ਇਹ ਤਾਂ ਜਿੰਨਾ ਚਿਰ ਗੁਰੂ ਦੇ ਸ਼ਰਨ 'ਚ ਨਹੀਂ, ਗੁਰੂ ਦੀ ਸ਼ਰਨ 'ਚ ਨਹੀਂ ਜਾਂਦਾ, ਪਰਮਾਤਮਾ ਦਾ ਓਟ ਆਸਰਾ ਨਹੀਂ ਲੈਂਦਾ,
ਉਹਨਾਂ 'ਚ ਨਹੀਂ ਬਚ ਸਕਦਾ ਹੈ। ਸੋ ਇਸ ਲਈ ਕਹਿੰਦੇ ਤੂੰ ਚਿਤ ਆਵੇਂ ਤੇਰੀ ਮਾਇਆ ਸਿਮਰਤ ਨਾਮ ਸਗਲ ਰੋਗ ਖਿਆ। ਇਹ ਪ੍ਰਭੂ ਜਦ ਤੂੰ ਯਾਦ ਹੁੰਦਾ ਮੈਂ ਸਮਝਦਾ ਤੇਰੀ ਕਿਰਪਾ ਹੈ, ਕਿਰਪਾ ਹੈ ਉਹਦੀ। ਅੱਜ ਸਾਡੇ 'ਤੇ ਕਿਰਪਾ ਹੈ, ਅਸੀਂ ਸਾਰੇ ਕੰਮ ਧੰਦੇ ਛੱਡ ਕੇ ਇੱਥੇ ਆਏ ਹਾਂ, ਗੁਰੂ ਦੇ ਦਰ 'ਤੇ ਆਏ, ਉਹਦੀ ਕਿਰਪਾ ਹੈ। ਫਿਰ ਨਾਮ ਜਪ ਜਾ ਕੇ ਸਾਰੇ ਰੋਗਾਂ ਦਾ ਨਾਸ਼ ਹੋ ਜਾਂਦਾ। ਤੂੰ ਚਿਤ ਆਵੇਂ ਤੇਰੀ ਮਾਇਆ, ਤੂੰ ਚਿਤ ਆਵੇਂ ਤੇਰੀ ਮਾਇਆ, ਤੂੰ ਚਿਤ ਆਵੇਂ ਤੇਰੀ ਮਾਇਆ, ਤੂੰ ਚਿਤ ਆਵੇਂ ਤੇਰੀ ਮਾਇਆ। ਸਿਮਰਤ ਨਾਮ ਸਗਲ ਰੋਗ ਖਿਆ, ਸਿਮਰਤ ਨਾਮ ਸਗਲ ਰੋਗ ਖਿਆ, ਸਿਮਰਤ ਨਾਮ ਸਗਲ ਰੋਗ ਖਿਆ, ਸਿਮਰਤ ਨਾਮ ਸਗਲ ਰੋਗ ਖਿਆ। ਅੱਗੇ ਕਹਿੰਦੇ ਅਨੇਕ ਦੁਖ ਦੇਵੇਂ ਅਵਰਾਂ ਕੋ, ਹੇ ਇਨਸਾਨ ਤੂੰ ਦੂਜਿਆਂ ਨੂੰ ਬਹੁਤ ਦੁੱਖ ਦਿੰਦਾ। ਕੌਣ ਕੌਣ ਦਿੰਦਾ? ਜਮ। ਹੇ ਜਮੋ ਤੁਸੀਂ ਕਹਿੰਦੇ ਦੂਜਿਆਂ ਨੂੰ ਬਹੁਤ ਦੁੱਖ ਦਿੰਦੇ ਹੋ। ਪਹੁੰਚ ਨਾ ਸਕੈ ਜਨ ਤੇਰੇ ਕੋ, ਪਰ ਹੇ ਪਰਮਾਤਮਾ ਜਿਹੜੇ ਤੇਰੇ ਜਾਣ ਨੇ ਨਾ, ਤੇਰੇ ਜਿਹੜੇ ਭਗਤ ਨੇ, ਉਹਨਾਂ ਤੱਕ ਜਮਾਂ ਦੀ ਪਹੁੰਚ ਹੀ ਨਹੀਂ ਹੈ। ਜਮਦੂਤ ਉਹਨਾਂ ਤੱਕ ਪਹੁੰਚ ਹੀ ਨਹੀਂ ਸਕਦੇ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਮੇਰੇ ਮਨ 'ਚ ਤੇਰੇ ਦਰਸ਼ਨ ਦੀ ਪਿਆਸ ਹੈ, ਤਮੰਨਾ ਹੈ, ਇੱਛਾ ਹੈ। ਸਹਿਜ ਆਨੰਦ ਬਸੈ ਬੈਰਾਗੀ, ਬੈਰਾਗੀ ਹੁੰਦਾ ਜਿਹਦੇ ਅੰਦਰ ਮੋਹ ਖਤਮ ਹੋ ਜਾਵੇ, ਉਹਨੂੰ ਕਹਿੰਦੇ ਬੈਰਾਗੀ। ਰਾਗ ਮੋਹ ਨੂੰ ਕਹਿੰਦੇ, ਬੈਰਾਗੀ ਜਿਹੜੇ ਮੋਹ ਤੋਂ ਰਹਿਤ ਹੋ ਜਾਵੇ। ਜਿਹੜਾ ਬੈਰਾਗੀ ਹੋ ਜਾਂਦਾ ਹੈ ਉਹ ਤੇ ਸਹਿਜ ਆਨੰਦ, ਸਹਿਜ ਹੀ ਆਨੰਦ 'ਚ ਰਹਿੰਦਾ। ਨਾਨਕ ਕੀ ਅਰਦਾਸ ਸੁਣੀ ਜਾ, ਹੇ ਪਰਮਾਤਮਾ ਮੇਰੀ ਅਰਦਾਸ ਬੇਨਤੀ ਸੁਣ। ਕੇਵਲ ਨਾਮ ਹਿਰਦੈ ਮਹਿ ਦੀਜੈ, ਸਿਰ ਆਪਣੇ ਨਾਮ ਦੀ ਦਾਤ ਮੈਨੂੰ ਹਿਰਦੇ 'ਚ ਵਸਾ ਦੇ। ਮੈਨੂੰ ਮੇਰੇ ਹਿਰਦੇ ਨੂੰ ਨਾਮ ਦੀ ਦਾਤ ਦੇ ਦੇ, ਤਾਂ ਜੋ ਮੈਂ ਤੇਰਾ ਨਾਮ ਜਪਦਾ ਰਹਾਂ। ਕਹਿੰਦੇ ਬਸ ਮੇਰੀ ਤਾਂ ਆਹੀ ਅਰਦਾਸ ਹੈ। ਪਹਿਲਾਂ ਸਾਡੀਆਂ ਬਹੁਤ ਅਰਦਾਸਾਂ ਹੁੰਦੀਆਂ ਹਨ। ਜਦੋਂ ਅਸੀਂ ਉੱਚੀ ਅਵਸਥਾ 'ਤੇ ਚਲੇ ਜਾਂਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਨਾਮ ਦੇ ਵਿੱਚ ਤਾਂ ਸਾਰੀਆਂ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਹਨ। ਮੈਨੂੰ ਕੀ ਲੋੜ ਹੈ ਚੀਜ਼ਾਂ ਮੰਗਣ ਦੀ? ਨਾਮ ਜਪੀ ਜਾਵਾਂਗਾ। ਨਾਮ ਦੇ ਵਿੱਚ ਗੁਣ ਤਾਸ, ਗੁਣਾਂ ਦੇ ਖਜ਼ਾਨੇ ਹਨ। ਨਾਮ ਦੇ ਵਿੱਚ ਰਿੱਧ ਸਿੱਧ ਨੌ ਨਿਧ ਹੈ। ਨਾਮ ਦੇ ਵਿੱਚ ਗਿਆਨ ਧਿਆਨ ਤਤ ਬੁੱਧ ਹੈ। ਇਸ ਲਈ ਫਿਰ ਮਨੁੱਖ ਮੰਗਣਾ ਬੰਦ ਕਰ ਦਿੰਦਾ ਅਤੇ ਸਿਰਫ ਤੇ ਸਿਰਫ ਪਰਮਾਤਮਾ ਦੇ ਨਾਮ ਦੀ ਦਾਤ ਮੰਗਦਾ ਹੈ ਵੀ ਮੈਂ ਵੱਧ ਤੋਂ ਵੱਧ ਤੁਹਾਡਾ ਨਾਮ ਜਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।